ਲੋਕ ਆਵਾਜ਼ ਮੰਚ ਖੰਨਾ ਤੇ ਸਭ ਸਰੋਤਿਆਂ ਦਾ ਸਵਾਗਤ ਹੈ ਜੀ। ਜਿਵੇਂ ਜੇ ਆਪ ਜੀ ਨੂੰ ਪਤਾ ਹੈ ਕਿ ਪਹਿਲਾਂ ਵੀ ਅਸੀਂ ਕਈ ਮੁੱਦਿਆਂ ਦੇ ਉੱਤੇ ਸਰੋਤਿਆਂ ਦੀ ਰਾਏ, ਆਪਣੀ ਰਾਏ ਰੱਖਦੇ ਰਹਿੰਦੇ ਹਾਂ ਕਿ ਸਾਡੇ ਕਲੱਬ ਦੇ, ਸਾਡੇ NGO ਦੇ ਕਿਸੇ ਵੀ ਬਰਨਿੰਗ ਇਸ਼ੂ ਉੱਤੇ ਕੀ ਵਿਚਾਰ ਨੇ। ਸੋ ਅੱਜ ਅਸੀਂ ਇੱਕ ਆਪ ਜੀ ਨਾਲ ਨਵੇਂ ਮਸਲੇ ਦੇ ਉੱਤੇ NGO ਦੇ ਵਿਚਾਰ ਸਾਂਝੇ ਕਰਾਂਗੇ, ਜਿਸ ਵਿੱਚ ਜਿਹੜਾ ਬਰਨਿੰਗ ਇਸ਼ੂ ਹੈ ਉਹ 2 ਦਿਨ ਤੋਂ ਪੇਪਰਾਂ ਦੇ ਵਿੱਚ ਸੁਰਖੀਆਂ ਬਣਿਆ ਹੋਇਆ ਹੈ ਕਿ ਇੱਕ ਮੰਤਰੀ ਦੇ ਰਿਸ਼ਤੇਦਾਰ ਨੂੰ ਹੁਣੇ ਕੱਲ੍ਹ ਪੰਜਾਬ ਕੈਬਨਿਟ ਦੀ ਸਪੈਸ਼ਲ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕਰਕੇ ਉਹਨਾਂ ਨੂੰ ਇੱਕ ਕਰ ਵਿਭਾਗ ਦੇ ਵਿੱਚ ਟੈਕਸੇਸ਼ਨ ਐਂਡ ਐਕਸਾਈਜ਼ ਦੇ ਵਿੱਚ ਜਿਹੜੀ ਹੈਗੀ ਨੌਕਰੀ ਦਿੱਤੀ ਗਈ ਹੈ। ਤਾਂ ਉਸ ਦੇ ਸੰਬੰਧ ਵਿੱਚ ਅਸੀਂ ਦੱਸਣਾ ਹੈ ਕਿ ਸਾਡੇ ਜੋ ਲੋਕ ਸੇਵਾ ਕਲੱਬ ਦੇ ਵਿੱਚ ਲੋਕ ਆਵਾਜ਼ ਮੰਚ ਖੰਨਾ ਤੇ ਜੋ ਵਿਚਾਰ ਨੇ ਸਾਡੇ, ਉਹ ਕੀ ਨੇ ਤੇ ਸਰੋਤੇ ਇਸ ਨੂੰ ਕਿਸ ਤਰ੍ਹਾਂ ਮੰਨਦੇ ਨੇ, ਪੰਜਾਬ ਦੇ ਲੋਕ ਇਸ ਨੂੰ ਕਿਸ ਤਰ੍ਹਾਂ ਮੰਨਦੇ ਨੇ। ਤਾਂ ਉਹਦੇ ਵਿੱਚ ਅਸੀਂ ਵਿਚਾਰ ਰੱਖਣੇ ਆ ਕਿ ਕੀ ਉਹ ਜਿਹੜੀ ਨੌਕਰੀ ਦਿੱਤੀ ਗਈ ਹੈ ਉਹਦੇ ਉੱਤੇ ਕਿਉਂ ਇੰਨੇ ਕਿੰਤੂ ਪਰੰਤੂ ਹੋ ਰਹੇ ਨੇ, ਕਿਉਂ ਇੰਨੇ ਸਵਾਲ ਹੋ ਰਹੇ ਨੇ। ਜੇ ਉਹ ਨੌਕਰੀ ਜਿਹੜੀ ਦਿੱਤੀ ਗਈ ਹੈ, ਜੇ ਉਹ ਨਿਯਮਾਂ ਦੇ ਅਧੀਨ ਹੈ, ਜੇ ਉਹ ਸਰਕਾਰ ਦੇ ਕਾਨੂੰਨ ਦੇ ਅਧੀਨ ਹੈ, ਜੇ ਉਸੇ ਤਰ੍ਹਾਂ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ, ਫਿਰ ਇਹ ਨੌਕਰੀ ਚਰਚਾ ਦਾ ਵਿਸ਼ਾ ਕਿਉਂ ਬਣੀ। ਤਾਂ 2 ਦਿਨ ਤੋਂ ਜਿਹੜੀ ਪੇਪਰ ਦੀਆਂ ਸੁਰਖੀਆਂ ਬਣੀਆਂ ਨੇ, ਕੱਲ੍ਹ ਉਹ ਕੈਬਨਿਟ ਦੇ ਵਿੱਚ ਪਾਸ ਕਰਕੇ ਅੱਜ ਦੇ ਪੇਪਰ ਦੀਆਂ ਸੁਰਖੀਆਂ ਇਹ ਨੇ ਕਿ ਉਹ ਨੌਕਰੀ ਦੇ ਦਿੱਤੀ ਗਈ ਹੈ। ਕਿ ਹਾਲਾਂਕਿ ਉਹਦੇ ਵਿੱਚ ਕੁਛ ਸਰਕਾਰ ਦੇ ਖੁਦ ਮੰਤਰੀਆਂ ਨੇ, ਆਪਣੇ ਮੰਤਰੀਆਂ ਨੇ ਵਿਰੋਧ ਕੀਤਾ ਸੀ ਕਿ ਇਹ ਜਿਹੜੀ ਨੌਕਰੀ ਦੇਣ ਦਾ ਸਿਲਸਿਲਾ ਹੈ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਅਸੀਂ ਆਪਣੇ ਜੋ ਵਿਚਾਰ ਨੇ ਇਹ ਸਰੋਤਿਆਂ ਅੱਗੇ ਰੱਖਣੇ ਨੇ। ਅੱਗੇ ਸਰੋਤਿਆਂ ਨੇ ਦੇਖਣਾ ਹੈ ਵੀ ਕੀ ਇਹਦੇ ਵਿੱਚ ਠੀਕ ਹੈ ਤੇ ਕੀ ਗਲਤ ਹੈ। ਛੱਡਦੇ ਅਸੀਂ ਹਮੇਸ਼ਾ ਸਰੋਤਿਆਂ ਤੇ ਹੁੰਦੇ ਹਾਂ, ਫੈਸਲਾ ਸਰੋਤਿਆਂ ਦਾ ਹੈ ਤੇ ਵਿਚਾਰ ਅਸੀਂ ਆਪਣੇ ਪੇਸ਼ ਕਰਦੇ ਹਾਂ ਕਿ ਇਹਦੇ ਵਿੱਚ ਅਸੀਂ ਇਸ ਨੂੰ ਕਿਵੇਂ ਮੰਨਦੇ ਹਾਂ, ਅਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹਾਂ ਵੀ ਜੋ ਸਰਕਾਰ ਕਰ ਰਹੀ ਹੈ ਕਿ ਉਹਦੇ ਵਿੱਚ ਲੋਕਾਂ ਦੇ ਨਾਲ ਪੈਰਲਲ ਉਹ ਚੀਜ਼ ਪੂਰੀ ਉਤਰ ਰਹੀ ਹੈ ਜਾਂ ਨਹੀਂ ਉਤਰ ਰਹੀ ਹੈ। ਸੋ ਅੱਜ ਦੇ ਮੁੱਦੇ ਉੱਤੇ ਅਸੀਂ ਵਿਚਾਰ ਕਰਾਂਗੇ। ਮੇਰੇ ਨਾਲ ਸਾਡੇ ਨਾਲ ਅੱਜ ਸਾਡੇ NGO ਦੇ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੀ ਗੁਰਸੇਵਕ ਸਿੰਘ ਜੀ। ਤਾਂ ਇਹ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਇਸ ਮਤੇ ਦੇ ਉੱਤੇ ਅਸੀਂ ਸਵਾਲ ਜਵਾਬ ਕਰਾਂਗੇ, ਅਸੀਂ ਡਿਸਕਸ ਕਰਾਂਗੇ ਮੈਟਰ ਨੂੰ ਕਿ ਇਹ ਜਿਹੜਾ ਮਸਲਾ ਹੈ ਇਹ ਕਿਉਂ ਇੰਨਾ ਭਖਿਆ ਹੈ, ਕਿਉਂ ਇਹ ਪੇਪਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਤੇ ਕੀ ਇਹਦੇ ਵਿੱਚ ਲੂਪ ਹੋਲ ਨੇ ਜਿਹਦੇ ਕਰਕੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਹੈ। ਹਾਂਜੀ ਬਾਦਲ ਸਾਹਿਬ, ਇੱਕ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਵੀ ਸਾਡੇ ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਜੀ ਮੰਤਰੀ ਨੇ, ਉਹਨਾਂ ਦੇ ਜਵਾਈ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾ ਰਹੀ ਹੈ। ਇਹਦੇ ਬਾਰੇ ਸਾਡੀ NGO ਦੇ ਕਿਵੇਂ ਸਮਝਦੀ ਹੈ, ਇਹਨੂੰ ਕੀ ਵਿਚਾਰ ਹੈ? ਗੁਰਸੇਵਕ ਸਿੰਘ ਜੀ, ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਅੱਜ ਦਾ ਸਾਡਾ ਵਿਸ਼ਾ ਹੀ ਇਹ ਹੈ ਕਿ ਜੋ ਇੱਕ ਮੰਤਰੀ ਦੇ ਜੋ ਰਿਸ਼ਤੇਦਾਰ ਨੂੰ ਜੋ ਤਰਸ ਦੇ ਆਧਾਰ 'ਤੇ ਕਹਿ ਰਹੇ ਨੇ ਕਿ ਨੌਕਰੀ ਦਿੱਤੀ ਜਾ ਰਹੀ ਹੈ, ਵੀ ਉਹ ਕਿਹੜੇ ਤੱਥਾਂ ਦੇ ਉੱਤੇ ਉਹ ਸਹੀ ਮੰਨਦੇ ਆ, ਕਿਹੜੇ ਤੱਥਾਂ ਦੇ ਉੱਤੇ ਅਸੀਂ ਉਹਨੂੰ ਗਲਤ ਕਹਿੰਦੇ ਆ, ਕਿਹੜੇ ਤੱਥਾਂ ਦੇ ਉੱਤੇ ਲੋਕਾਂ ਦੇ ਵਿੱਚ ਇਹਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣੀ ਹੈ, ਇਹ ਨੌਕਰੀ ਕਿਉਂ ਲੋਕ ਸਮਝਦੇ ਨੇ ਵੀ ਇਹ ਠੀਕ ਨਹੀਂ ਕਰ ਰਹੀ ਸਰਕਾਰ। ਤਾਂ ਉਹਦੇ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ। ਤੁਸੀਂ ਪਿਛਲੇ ਸਮੇਂ 'ਚ ਵੀ ਦੇਖਿਆ ਹੋਣਾ ਹੈ, ਇਹ ਅੱਜ ਦੀ ਕੋਈ ਇੱਕ ਨੌਕਰੀ ਦਾ ਰੌਲਾ ਨਹੀਂ ਹੈ। ਤੁਸੀਂ ਪਿੱਛੇ ਵੀ ਦੇਖਿਆ ਹੋਣਾ ਹੈ ਕਿ ਕਿਸੇ ਨੂੰ DSP ਲਾਇਆ ਜਾਂਦਾ ਹੈ, ਕਿਸੇ ਨੂੰ ਪੁਲਿਸ ਇੰਸਪੈਕਟਰ ਲਾਇਆ ਜਾਂਦਾ ਹੈ ਤੇ ਕਿਸੇ ਨੂੰ ਤਹਿਸੀਲਦਾਰ ਲਾਇਆ ਜਾਂਦਾ ਹੈ। ਪਿੱਛੇ ਜੇ 2 ਨੌਕਰੀਆਂ ਦਾ ਰੌਲਾ ਪਿਆ ਸੀ, ਤਹਿਸੀਲਦਾਰ ਐਂਡ ਇੰਸਪੈਕਟਰ ਦਾ। ਉਹਦੇ ਵਿੱਚ ਇੱਕ ਮੰਤਰੀ ਜੀ ਨੇ ਨਿੱਜੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਨੌਕਰੀ ਦੇ ਉਸ ਬੇਟੇ ਨੇ ਐਕਸੈਪਟ ਨਹੀਂ ਕੀਤਾ। ਵਧੀਆ ਗੱਲ ਹੈ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਵੀ ਉਹਨਾਂ ਨੇ ਇੱਕ ਲੋਕਾਂ ਦੀ ਭਾਵਨਾ ਨੂੰ ਸਮਝਿਆ ਵੀ ਇਹ ਨੌਕਰੀ ਮੈਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ ਨੌਕਰੀ ਮਾਪਦੰਡਾਂ ਦੇ ਉੱਤੇ ਪੂਰੀ ਨਹੀਂ ਉਤਰਦੀ। ਤਾਂ ਇਸ ਤਰ੍ਹਾਂ ਜਿਹੜੀਆਂ ਨੌਕਰੀਆਂ ਦਾ ਇਹ ਸਿਲਸਿਲਾ ਚੱਲਿਆ ਹੋਇਆ, ਜੋ ਸਿਆਸਤਦਾਨ ਜੋ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ ਨੌਕਰੀਆਂ ਦਾ ਜੋ ਰੁਝਾਨ ਚੱਲ ਪਿਆ, ਇਹ ਰੁਝਾਨ ਦੇ ਉੱਤੇ ਵੱਡੀ ਜਿਹੜੀ ਚੀਜ਼ ਹੈਗੀ ਆ ਉਹ ਇਹ ਹੈ ਕਿ ਸਰਕਾਰ ਦੇ ਵਿੱਚ ਜੋ ਸਰਕਾਰ ਦੇ ਆਪਣੇ ਮੰਤਰੀ ਬੈਠੇ ਨੇ, ਆਪਣੇ ਵਿਧਾਇਕ ਬੈਠੇ ਨੇ, ਉਹੀ ਸਰਕਾਰ ਦੀ ਕਾਰਜਸ਼ੈਲੀ ਦੇ ਉੱਤੇ ਉਂਗਲ ਚੁੱਕ ਰਹੇ ਨੇ। ਲੋਕਾਂ ਨੇ ਤਾਂ ਇਹਦੇ ਉੱਤੇ ਉਂਗਲ ਚੁੱਕਣੀ ਹੈ ਕਿਉਂਕਿ ਜੇ ਕੋਈ ਕੰਮ ਨਿਯਮਾਂ ਤੋਂ ਪਰੇ ਜਾ ਕੇ ਹੋਊਗਾ, ਜੇ ਕੋਈ ਸਿਸਟਮ ਤੋਂ ਪਰੇ ਜਾ ਕੇ ਹੋਊਗਾ ਤਾਂ ਉਹ 'ਤੇ ਉਂਗਲੀਆਂ ਉੱਠਣੀਆਂ ਯਕੀਨੀ ਨੇ। ਤਾਂ ਇਸ ਮਾਮਲੇ ਦੇ ਵਿੱਚ ਜਦੋਂ ਇਹ ਕੱਲ੍ਹ ਪੇਪਰ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਹੈ ਵੀ ਜਦੋਂ ਇਸ ਮਾਮਲੇ ਦੇ ਵਿੱਚ ਵੀ ਇਹ ਨੌਕਰੀ ਦਾ ਮਤਾ ਪਾਸ ਕੀਤਾ ਗਿਆ ਜਾਂ ਦਿੱਤੀ ਗਈ ਹੈ ਨੌਕਰੀ, ਤਾਂ ਇੱਥੇ ਵੀ ਇੱਕ ਮੰਤਰੀ ਨੇ, ਕਾਂਗਰਸ ਦੇ ਮੰਤਰੀ ਨੇ ਆਬਜੈਕਸ਼ਨ ਕੀਤਾ ਹੈ ਵੀ ਜੇ ਤੁਸੀਂ ਨੌਕਰੀਆਂ ਦੇਣੀਆਂ ਤਾਂ ਇਹਦਾ ਕੋਈ ਸਿਸਟਮ ਜੋ ਲੋਕਾਂ ਨਾਲ ਸਿਸਟਮ ਬਣਦਾ ਉਹੀ ਸਿਸਟਮ ਸਿਆਸਤਦਾਨਾਂ 'ਤੇ ਇੰਪਲੀਮੈਂਟ ਹੋਣਾ ਚਾਹੀਦਾ। ਸੋ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਵੀ ਜੇ ਆਪਾਂ ਕਹੀਏ ਵੀ ਇੱਕ ਨੌਕਰੀ ਹੈ, ਇਹ ਤਾਂ ਇੱਕ ਸਿਸਟਮ ਨੂੰ ਚੱਲ ਪਿਆ ਸਿਸਟਮ। ਇਹ ਜੇ ਇਸ ਸਿਸਟਮ 'ਤੇ ਮੈਂ ਸਮਝਦਾ ਵੀ ਰੋਕ ਨਾ ਲੱਗੀ ਤਾਂ ਇਹ ਬਹੁਤ ਘਾਤਕ ਸਿੱਧ ਹੋਊਗਾ ਪੰਜਾਬ ਦੇ ਨੌਜਵਾਨਾਂ ਲਈ, ਬੇਰੁਜ਼ਗਾਰ ਨੌਜਵਾਨਾਂ ਲਈ, ਪੰਜਾਬ ਦੀ ਨੌਜਵਾਨ ਪੀੜ੍ਹੀ ਲਈ, ਕਿ ਸਿਸਟਮ ਨੂੰ ਤਬਾਹ ਕਰਨਗੇ ਜੇ ਇੱਦਾਂ ਹੀ ਇਹ ਸਿਲਸਿਲਾ ਚੱਲਦਾ ਰਿਹਾ। ਇਹਦੇ ਵਿੱਚ ਕੀ ਸਹੀ ਤੱਥ ਨੇ, ਕੀ ਗਲਤ ਤੱਥ ਨੇ, ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣੀ ਡਿਸਕਸ ਦੇ ਵਿੱਚ ਇਹੀ ਮਸਲਾ ਡਿਸਕਸ ਕਰਨਾ ਹੈ ਵੀ ਕਿਉਂ ਇਹ 'ਤੇ ਕਿੰਤੂ ਪਰੰਤੂ ਹੋ ਰਹੇ ਨੇ। ਜੇ ਤਰਸ ਦੇ ਆਧਾਰ 'ਤੇ ਨੌਕਰੀਆਂ ਮਿਲਦੀਆਂ ਨੇ ਔਰ ਸਰਕਾਰ ਦਾ ਕਾਨੂੰਨ ਹੈ ਵੀ ਮਿਲਣੀਆਂ ਚਾਹੀਦੀਆਂ
ਹੈਗੀਆਂ ਨੇ ਤਾਂ ਇਸ ਨੌਕਰੀ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੋ ਰਿਹਾ। ਤਾਂ ਇਸ ਮਸਲੇ ਦੇ ਉੱਤੇ ਅਸੀਂ ਅੱਜ ਡਿਸਕਸ ਕਰਾਂਗੇ ਵੀ ਇਹ ਜਿਹੜਾ ਮਾਮਲਾ ਹੈਗਾ ਇਹ ਲੋਕਾਂ ਦੀ ਜ਼ੁਬਾਨ ਤੇ ਕਿਉਂ ਚੜਿਆ, ਮੀਡੀਆ ਦੇ ਵਿੱਚ ਕਿਉਂ ਚਰਚਾ ਦੇ ਵਿੱਚ ਹੈ, ਸਰਕਾਰ ਦੇ ਆਪਣੇ ਮੰਤਰੀ ਕਿਉਂ ਵਿਰੋਧ ਕਰਦੇ ਨੇ, ਜੇ ਤਰਸ ਦੇ ਆਧਾਰ ਤੇ ਨੌਕਰੀ ਮਿਲਣ ਦਾ ਸਿਸਟਮ ਹੈ ਤਾਂ ਫਿਰ ਇਹਦੇ ਤੇ ਕਿੰਤੂ ਪਰੰਤੂ ਕਿਉਂ ਨੇ। ਇਹ ਇਸ ਮੁੱਦੇ ਨੂੰ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਰੱਖ ਸਕੀਏ ਵੀ ਇਹ ਇਹਦੇ 'ਚ ਗਲਤ ਹੋਇਆ ਤਾਂ ਕਰਕੇ ਚਰਚਾ ਦਾ ਵਿਸ਼ਾ ਹੈ। ਤੇ ਨਾਲ ਇੱਕ ਇਹ ਵੀ ਹੈ, ਦੇਖੋ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਵੀ ਇਸ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤੇ ਕੀ ਇਹ ਏਡੀ ਕਿੱਡੀ ਵੱਡੀ ਗੱਲ ਸੀ ਵੀ ਜਿਹੜਾ ਇਹ ਇੱਕ ਬੰਦੇ ਲਈ ਇਹਨਾਂ ਨੇ ਵਿਧਾਨ ਸਭਾ ਵਿੱਚ ਮਾਮਲਾ ਰੱਖਿਆ ਹੈ। ਹਾਂ, ਇਹ ਜੇ ਜਿਵੇਂ ਤੁਹਾਡਾ ਜਿਹੜਾ ਕਹਿਣਾ ਵੀ ਵਿਧਾਨ ਸਭਾ ਦੇ ਵਿੱਚ ਇਹ ਮਾਮਲੇ ਨੂੰ ਲਿਜਾਣ ਦਾ ਐਡਾ ਕੀ ਇੰਪੋਰਟੈਂਟ ਮਾਮਲਾ ਸੀ ਜਾਂ ਐਡੀ ਕੀ ਸਰਕਾਰ ਦੀ ਮਜਬੂਰੀ ਸੀ, ਇਹ ਮਜਬੂਰੀ ਇਸ ਕਰਕੇ ਸੀ ਵੀ ਜਿਹੜੀ ਇਹ ਨੌਕਰੀ ਆ, ਜਿਹੜੀ ਇਹ ਤਰਸ ਦੇ ਆਧਾਰ ਤੇ ਨੌਕਰੀ ਹੈ, ਇਹ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਹੈ, ਸਿਆਸਤਦਾਨਾਂ ਦੇ ਬੱਚਿਆਂ ਦੇ ਮਾਮਲੇ ਨੇ, ਤਾਂ ਕਰਕੇ ਇਹ ਮਾਮਲੇ ਕੈਬਨਿਟ 'ਚ ਜਾਂਦੇ ਨੇ। ਜੇ ਅਸੀਂ ਕਹੀਏ ਵੀ ਇੱਕ ਆਮ ਜਨਤਾ ਦਾ ਜਾਂ ਆਮ ਨੌਜਵਾਨ ਦਾ, ਬੇਰੁਜ਼ਗਾਰ ਦਾ ਮਾਮਲਾ ਕੈਬਨਿਟ 'ਚ ਜਾਊਗਾ ਤਾਂ ਇਹ ਕਦੇ ਦੇਖਣ ਨੂੰ ਸਾਨੂੰ ਨਹੀਂ ਮਿਲਿਆ ਤਾਂ ਕਿ ਉਹ ਚਰਚਾ ਦਾ ਵਿਸ਼ੇ ਬਣੇ। ਹੁਣ ਇਹਦੇ ਵਿੱਚ ਕੀ ਹੈਗਾ ਕਿ ਜਿਹੜੇ ਕਾਂਗੜ ਸਾਹਿਬ ਨੇ, ਜਿਹੜੇ ਮਾਲ ਮੰਤਰੀ ਨੇ, ਉਹਨਾਂ ਦੇ ਹੁਣ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ। ਤਾਂ ਹੁਣ ਉਹਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਵੀ ਜਿਹੜੀ ਆਮ ਜਨਤਾ ਹੈ ਉਹ ਇੱਕ ਪਾਸੇ ਹੈ, ਜਿਹੜੇ ਸਿਆਸਤਦਾਨਾਂ ਦੇ ਬੱਚੇ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਇੱਕ ਪਾਸੇ ਨੇ। ਤਾਂ ਇਹ ਜਿਹੜੇ ਲੋਕ ਨੇ ਸਿਆਸਤਦਾਨ ਨੇ, ਇਹ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਆਮ ਜਨਤਾ 'ਚ ਨਹੀਂ ਸਮਝਦੇ। ਤਾਂ ਉਹਨਾਂ ਦਾ ਜਦੋਂ ਕੋਈ ਮੈਟਰ ਹੁੰਦਾ ਹੈ, ਉਹ ਮੈਟਰ ਨੂੰ ਇਹ ਵਿਧਾਨ ਸਭਾ ਦੇ ਵਿੱਚ ਕਿਸੇ ਮੀਟਿੰਗ ਦੇ ਵਿੱਚ ਕਿਸੇ ਰੈਜੂਲੇਸ਼ਨ ਪਾਸ ਕਰਕੇ ਇਹਨਾਂ ਨੇ VIP ਤਰੀਕੇ ਨਾਲ ਆਪਣੀਆਂ ਜਿਹੜੀਆਂ ਸਾਰੀਆਂ ਟਰੀਟਮੈਂਟਾਂ ਕਰਨੀਆਂ ਹੁੰਦੀਆਂ ਨੇ। ਇਹ ਵੀ ਇੱਕ VIP ਟਰੀਟਮੈਂਟ ਦਾ ਹਿੱਸਾ ਹੈ ਜਿਹੜਾ ਵਿਧਾਨ ਸਭਾ 'ਚ ਇਹ ਗਿਆ ਨਾ ਮੈਟਰ, ਇਹ ਮੈਟਰ ਵੀ ਨਾ ਇੱਕ VIP ਟਰੀਟਮੈਂਟ ਹੈ ਐਕਚੁਅਲੀ। ਕਿਉਂਕਿ ਇਹ ਜਿਸ ਤਰ੍ਹਾਂ ਲੋਕ ਆਮ ਜਨਤਾ ਜਿਹੜੇ ਚੈਨਲ ਰਾਹੀਂ, ਜਿਵੇਂ ਹੁਣ ਆਮ ਡਿਪਾਰਟਮੈਂਟ ਜਿੰਨੇ ਡਿਪਾਰਟਮੈਂਟ 'ਚ ਨੇ ਉਹਨਾਂ 'ਚ ਜਦੋਂ ਕਿਸੇ ਦੇ ਮਦਰ ਫਾਦਰ ਦੀ ਡੈਥ ਹੁੰਦੀ ਹੈ ਤਾਂ ਬੱਚੇ ਨੂੰ ਨੌਕਰੀ ਮਿਲਣਾ ਸਰਕਾਰ ਦਾ ਇੱਕ ਕਾਨੂੰਨ ਹੈ, ਹੋਣੀ ਵੀ ਚਾਹੀਦੀ ਹੈ ਕਿਉਂਕਿ ਉਹਦੇ ਕੋਲ ਇਨਕਮ ਦਾ ਕੋਈ ਸਾਧਨ ਨਹੀਂ ਹੁੰਦਾ। ਪਰ ਸਵਾਲ ਜਿਹੜਾ ਇੱਥੇ ਆਬਜੈਕਸ਼ਨ ਕੀ ਹੈ ਵੀ ਜਦੋਂ ਉਹ ਜਿਹੜੀ ਆਮ ਜਨਤਾ ਹੈ, ਜਿਹੜੇ ਆਮ ਨੌਜਵਾਨ ਨੇ, ਉਹ ਜਦੋਂ ਤਰਸ ਦੇ ਆਧਾਰ 'ਤੇ ਨੌਕਰੀ ਲੈਂਦੇ ਨੇ, ਉਹਨਾਂ ਲਈ ਇੱਕ ਚੈਨਲ ਬਣਿਆ ਡਿਪਾਰਟਮੈਂਟਲ। ਤਾਂ ਉਹ ਡਿਪਾਰਟਮੈਂਟ ਦੇ ਵਿੱਚ ਐਪਲੀਕੇਸ਼ਨ ਦਿੰਦੇ ਨੇ, ਉਹਨੂੰ ਟਾਈਮ ਵੀ ਲੱਗਦਾ ਹੈ, ਤਾਂ ਉਹਨੂੰ ਜੋ ਪ੍ਰੋਸੈਸ ਹੈ ਉਹ ਫੋਲੋ ਕਰਨਾ ਵੀ ਪੈਂਦਾ ਹੈ। ਤਾਂ ਇੱਥੇ ਕੀ ਹੈਗਾ ਵੀ ਉਹ ਜਿਹੜੇ ਡਿਪਾਰਟਮੈਂਟ ਦੀਆਂ ਫਾਈਲਾਂ ਨੇ ਡਿਪਾਰਟਮੈਂਟ 'ਚ ਲੱਗੀਆਂ ਰਹਿੰਦੀਆਂ ਨੇ, ਉਹ ਕਿਸੇ ਨੂੰ 6 ਮਹੀਨੇ ਲੱਗ ਗਏ, ਕਿਸੇ ਨੂੰ ਸਾਲ ਲੱਗ ਗਿਆ, ਕਿਸੇ ਨੂੰ 2 ਸਾਲ ਲੱਗ ਗਏ, ਕਿਸੇ ਨੂੰ 2 ਦਿਨ ਲੱਗ ਗਏ। ਤਾਂ ਇਹਦੇ ਵਿੱਚ ਕੀ ਹੈ, ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੈ ਵੀ ਫਾਈਲ ਧਰੀ, ਪਾਸ ਕੀਤੀ, ਡਨ ਕੀਤਾ, ਓਕੇ ਕੀਤਾ। ਇਹ ਜਿਹੜਾ ਵਿਧਾਨ ਸਭਾ 'ਚ ਮਾਮਲਾ ਗਿਆ ਸਿਰਫ ਇਹਦਾ ਇੱਕੋ ਹੀ ਪੈਰਾਮੀਟਰ ਹੈ ਵੀ ਵਿਧਾਨ ਸਭਾ 'ਚ ਕਿਉਂ ਗਿਆ, ਕਿਉਂਕਿ ਇਹ ਸਿਆਸਤਦਾਨਾਂ ਦੇ ਰਿਸ਼ਤੇਦਾਰ ਨਾਲ ਸੰਬੰਧਿਤ ਹੈ। ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਜਿਹੜੇ ਸਿਆਸਤਦਾਨ ਨੇ ਆਪਣੇ ਆਪ ਨੂੰ ਲੋਕਾਂ 'ਚ ਨਹੀਂ ਮੰਨਦੇ। ਚਾਹੇ ਉਹ ਪਿੱਛੇ ਅਸੀਂ ਕਰੋਨਾ 'ਤੇ ਵੀਡੀਓ ਬਣਾਈ ਸੀ, ਉਦੋਂ ਵੀ ਮੈਂ ਇਹ ਗੱਲ ਕਹੀ ਸੀ ਵੀ ਜਿਹੜੇ ਕਰੋਨਾ ਦੇ ਵਿੱਚ ਜੋ ਨਿਯਮ ਲਾਗੂ ਨੇ ਉਹ ਆਮ ਲੋਕਾਂ 'ਤੇ ਲਾਗੂ ਹੁੰਦੇ ਨੇ, ਸਿਆਸਤਦਾਨਾਂ 'ਤੇ ਲਾਗੂ ਨਹੀਂ ਹੁੰਦੇ। ਤਾਂ ਇੱਥੇ ਵੀ ਜਿਹੜਾ ਨੌਕਰੀਆਂ ਲੈਣ ਦਾ ਸਿਸਟਮ ਹੈ ਉਹ ਸਿਆਸਤਦਾਨਾਂ 'ਤੇ ਲਾਗੂ ਨਹੀਂ ਹੁੰਦਾ। ਇਹਨਾਂ ਦੇ ਤਰੀਕੇ ਵੱਖਰੇ ਨੇ, ਇਹਨਾਂ ਕੋਲੇ ਕਾਨੂੰਨ ਵੱਖਰੇ ਨੇ। ਇਹਨਾਂ ਨੇ ਜਦੋਂ ਕੋਈ ਕੰਮ ਕਰਨਾ ਹੁੰਦਾ ਆਪਣਿਆਂ ਲਈ ਤਾਂ ਉਹਦਾ ਇੱਕ ਸਾਰਾ ਸਿਸਟਮ ਹੀ ਵੱਖਰਾ ਹੈ। ਜਿਹੜੀ ਪਬਲਿਕ ਦਾ ਸਿਸਟਮ ਹੈ ਉਹ ਸਿਸਟਮ ਹੈਗਾ ਕਿ ਚੈਨਲ, ਉਹਦੇ 'ਚ ਕੰਮ ਹੋ ਗਿਆ, ਨਹੀਂ ਹੋ ਗਿਆ, ਨਾ ਹੋ ਗਿਆ। ਕਰੋਨਾ 'ਚ ਵੀ ਅਸੀਂ ਦੇਖਿਆ ਜਿਹੜਾ ਸਾਈਕਲ 'ਤੇ ਜਾਂਦਾ ਉਹਦੇ ਥੱਪੜ ਮਾਰੇ ਜਾਂਦੇ ਸੀ। ਜਦ ਮੰਤਰੀ 500 ਬੰਦੇ ਦਾ 1000 ਬੰਦੇ ਦਾ ਇਕੱਠ ਕਰਦੇ ਸੀ ਤਾਂ ਉੱਥੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ। ਇੱਕ ਮੈਂ ਜੈਤੋ ਦੀ ਵੀਡੀਓ ਦੇਖੀ ਸੀ, ਉਹ ਪੱਤਰਕਾਰ ਨੂੰ ਸਲਾਮ ਹੈ ਮੇਰੇ ਵੱਲੋਂ, ਉਸ ਪੱਤਰਕਾਰ ਨੂੰ ਸਲਾਮ ਹੈ ਜਿਹਨੇ ਵੀਡੀਓ ਬਣਾਈ। ਉੱਥੇ ਪੁਲਿਸ ਦੇ ਉੱਚ ਅਧਿਕਾਰੀ ਮੌਜੂਦ ਸੀ, ਮੈਨੂੰ ਮੰਤਰੀ ਦਾ ਨਾਂ ਨਹੀਂ ਯਾਦ, ਵਿਧਾਇਕ ਦਾ ਮੈਨੂੰ ਯਾਦ ਨਹੀਂ ਹੈ, ਕਿ ਉਹਨਾਂ ਨੇ ਉੱਥੇ 200-250 ਬੰਦੇ ਦਾ ਇਕੱਠ ਕੀਤਾ ਸੀ। ਤਾਂ ਉਹਨੇ ਉੱਥੇ ਪੱਤਰਕਾਰ ਨੇ ਚੀਕਾਂ ਮਾਰ ਕੇ ਕਿਹਾ ਵੀ ਇਹਨਾਂ ਨੂੰ ਕੌਣ ਪੁੱਛੂ। ਉਹ ਵੀਡੀਓ ਇੰਨੀ ਵਾਇਰਲ ਹੋਈ ਸੀ। ਮੇਰੇ ਕਹਿਣ ਦਾ ਮਤਲਬ, ਗੱਲ ਦਾ ਨਟਸ਼ੈਲ ਗੱਲ ਇਹੀ ਹੈ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੈਬਨਿਟ ਦੇ ਵਿੱਚ ਮਾਮਲਾ ਪਾਸ ਕਿਉਂ ਹੋਇਆ, ਉੱਥੇ ਫਾਈਲ ਕਿਉਂ ਗਈ, ਇਹ ਸਿਰਫ ਇਸੇ ਕਰਕੇ ਗਈ ਵੀ ਜਿਹੜਾ ਇਹ ਨੌਕਰੀ ਵਾਲਾ ਕੈਂਡੀਡੇਟ ਹੈ ਇਹ ਇੱਕ ਮੰਤਰੀ ਦਾ ਰਿਸ਼ਤੇਦਾਰ ਹੈ। ਜੇ ਇੱਕ ਆਮ ਜਨਤਾ ਦੇ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਲੈਣੀ ਹੁੰਦੀ ਫਿਰ ਉਹਦੀ ਮਾਪਦੰਡ ਦੂਜੇ ਹੈ, ਫਿਰ ਉਹਨੂੰ ਡਿਪਾਰਟਮੈਂਟ 'ਚ ਜਾਣਾ ਪਊਗਾ, ਐਪਲੀਕੇਸ਼ਨਾਂ ਦੇਣੀਆਂ ਪੈਣਗੀਆਂ, ਦਫ਼ਤਰਾਂ ਦੇ ਚੱਕਰਾਂ ਮਾਰਨਾ ਪੈਣਗੇ। ਕੱਲ੍ਹ ਇੱਕ ਨਾ ਆਪਣੇ TV ਦੇ ਉੱਤੇ ਜੀ ਪੰਜਾਬ ਹਰਿਆਣਾ ਜਿਹੜਾ ਨਿਊਜ਼ ਚੈਨਲ ਹੈ ਉਹਦੇ ਉੱਤੇ ਵੀ ਡਿਬੇਟ ਚੱਲਦੀ ਸੀ। ਉੱਥੇ ਵੀ ਇਹੀ ਲਾਈਨ ਪੁੱਟ ਹੋਈ ਸੀ ਵੀ ਜਿਹੜਾ ਇਹਨਾਂ ਦੇ ਸਿਸਟਮ ਨੇ, ਇਹਨਾਂ ਦੇ ਨੌਕਰੀਆਂ ਲੈਣ ਦੇ ਸਿਸਟਮ ਨੇ, ਉਹ ਆਮ ਲੋਕਾਂ ਨਾਲ ਨਹੀਂ ਰਲਦੇ। ਆਮ ਲੋਕਾਂ ਦੀਆਂ ਫਾਈਲਾਂ ਬਿਜਲੀ ਬੋਰਡ ਦੀਆਂ ਉਹਨਾਂ ਨੇ ਪਤਾ ਨਹੀਂ ਕਿੰਨਾ 5000-6000 ਬੰਦਾ ਦੱਸਿਆ ਸੀ ਵੀ ਲੈਣਾ 'ਚ ਲੱਗਿਆ, ਤੇ ਜਿਹੜੇ ਹੋਰ ਉਹਨਾਂ ਨੇ ਕਿੰਨੇ ਹਜ਼ਾਰਾਂ ਬੰਦੇ ਸੀ ਜਿਨ੍ਹਾਂ ਦੀਆਂ ਤਰਸ ਦੀਆਂ ਆਧਾਰ 'ਤੇ ਨੌਕਰੀਆਂ ਦੀਆਂ ਫਾਈਲਾਂ ਦਫ਼ਤਰਾਂ 'ਚ ਰੁਲਦੀਆਂ। ਉਹ ਚੱਕਰ ਮਾਰ ਕੇ ਥੱਕ ਗਏ। ਤਾਂ ਇੱਕ ਮਾਨਯੋਗ ਹਾਈ ਕੋਰਟ ਦੇ ਕੇਸ ਦਾ ਹਵਾਲਾ ਦਿੱਤਾ ਸੀ ਕੱਲ੍ਹ ਡਿਬੇਟ ਦੇ ਵਿੱਚ। ਉਹਨਾਂ ਨੇ ਬਕਾਇਦਾ ਉਹਦਾ ਕੇਸ ਨੰਬਰ ਦੱਸਿਆ ਸੀ ਵੀ ਆਹ ਕੇਸ ਦੇ ਵਿੱਚ ਇੱਕ ਮਹਿਲਾ ਹੈਗੀ ਹੈ, ਉਹਦੀ ਇਨਕਮ ਲਗਭਗ 3000 ਤੋਂ 4000 ਦੇ ਵਿੱਚ ਹੈ, ਉਹ ਤਰਸ ਦੇ ਆਧਾਰ 'ਤੇ ਨੌਕਰੀ ਲੈਣ ਲਈ ਟੱਕਰਾਂ ਖਾਂਦੀ ਫਿਰਦੀ ਆ। ਪਰ ਇੱਧਰ ਜੇ ਕੰਪੈਰੀਜ਼ਨ ਕਰੀਏ, ਕੱਲ੍ਹ TV ਦੇ ਉੱਤੇ ਇਹਨਾਂ ਦੀ ਸਾਰੀ ਇਨਕਮ ਪੇਪਰ 'ਚ ਵੀ ਦੱਸੀ ਸੀ ਵੀ ਇਹਨਾਂ ਕੋਲੇ ਪਤਾ ਨਹੀਂ ਕਿੰਨੇ ਏਕੜ ਜ਼ਮੀਨਾਂ ਨੇ, ਸ਼ੈਲਰਾਂ ਦੇ ਕਬਜ਼ੇ ਨੇ, ਸਟੋਰੇਜ ਗੋਦਾਮ ਨੇ, ਗੱਡੀਆਂ ਨੇ, ਕੋਠੀਆਂ ਨੇ, ਔਰ ਲੱਖਾਂ ਰੁਪਈਆਂ ਦੀਆਂ ਤਨਖਾਹਾਂ ਨੇ। ਮਤਲਬ ਹੁਣ ਇਹ ਤਰਸ ਤਾਂ ਸਾਨੂੰ ਨਹੀਂ ਸਮਝ ਆਉਂਦਾ ਵੀ ਕਿਹੜਾ ਤਰਸ ਹੈ। ਇਹ ਪੋਲੀਟੀਕਲ ਤਰਸ ਹੀ ਕਹਿ ਸਕੂੰ ਮੈਂ ਤਾਂ
ਵੀ ਇਹਨੂੰ ਪੋਲੀਟੀਕਲ ਤਰਸ ਹੀ ਕਹੂੰਗਾ, ਵੀ ਜਿਹੜਾ ਤਰਸ ਦੇ ਆਧਾਰ ਤੇ ਨੌਕਰੀ ਦੀ ਇਹ ਫਾਈਲ ਕੈਬਨਿਟ 'ਚ ਜਾਣਾ ਉਹਦਾ ਇਹੀ ਇੱਕ ਰੀਜਨ ਹੈ ਵੀ ਇਹ ਸਿਆਸਤਦਾਨਾਂ ਦੇ ਬੱਚੇ ਨੇ। ਹੁਣ ਮੈਨੂੰ ਜਿਹੜੀ ਇਸ ਕੇਸ ਦੇ ਵਿੱਚ ਤੁਹਾਨੂੰ ਗੱਲ ਦੱਸਣਾ ਵੀ ਜਿਹੜਾ ਇਹ ਆਪਣਾ ਗੁਰਸ਼ੇਰ ਸਿੰਘ ਜੀ ਨੇ ਜਿਨ੍ਹਾਂ ਨੂੰ ਇਹ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ, ਜਿਹੜੇ ਕਾਂਗੜ ਜੀ ਦੇ ਜਵਾਈ ਨੇ, ਤਾਂ ਇਹਨਾਂ ਦੇ ਜਿਹੜੇ ਪਿਤਾ ਸੀ, ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਵੀ ਉਹ ਭੂਪਜੀਤ ਸਿੰਘ ਜੀ ਸੀਗੇ। ਉਹ ਲਗਭਗ 2011 ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਵਿੱਚ ਜੌਬ ਕਰਦੇ ਸੀ, ਕਲਾਸ 1 ਆਫੀਸਰ ਸੀ। ਉਹਨਾਂ ਦੀ ਕਿਸੇ ਕਾਰਨ ਕਰਕੇ ਦਿਲ ਦਾ ਦੌਰਾ ਪੈਣ, ਸ਼ਾਇਦ ਕਿਸੇ ਕਾਰਨ ਕਰਕੇ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਿਹੜਾ ਸੀਗਾ ਉਹ ਮਤਲਬ ਉਹਨਾਂ ਦੇ ਇਹ ਵਾਰਸ ਸੀ ਜਿਹੜੇ ਆਪਣੇ ਗੁਰਸ਼ੇਰ ਸਿੰਘ ਜੀ ਨੇ, ਇਹਨਾਂ ਨੂੰ ਨੌਕਰੀ ਮਿਲਣੀ ਸੀ। ਤਾਂ ਇਹਨਾਂ ਦੀ ਨੌਕਰੀ ਦਾ ਉਸ ਟਾਈਮ ਫਾਈਲ ਲੱਗਣੀ ਸੀ, ਤਾਂ ਉਸ ਟਾਈਮ ਇਹਨਾਂ ਨੂੰ ਕਲਰਕ ਦੀ ਨੌਕਰੀ ਮੈਂ ਸੁਣਿਆ ਵੀ ਇਹਨਾਂ ਨੂੰ ਆਫਰ ਹੋਈ ਸੀ, ਪਰ ਉਸ ਟਾਈਮ ਇਹਨਾਂ ਨੇ ਨੌਕਰੀ ਨਹੀਂ ਲਈ। ਉਹਦੇ ਵਿੱਚ ਕੀ ਰੀਜਨ ਰਹੇ, ਕਿਉਂ ਨਹੀਂ ਲਈ, ਕੀ ਕਾਰਨ ਸੀ, ਉਹ ਵੱਖਰੀ ਗੱਲ ਹੈ। ਤਾਂ ਹੁਣ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਪਾਸ ਹੋਇਆ, ਇਹ ਸਾਰੇ ਸਿਸਟਮ ਨੂੰ ਬਾਈਪਾਸ ਕਰਕੇ ਹੋਇਆ, ਕਿਉਂਕਿ ਜਿਹੜੇ ਨਿਯਮ ਕਹਿੰਦੇ ਨੇ ਉਹ ਇਹ ਕਹਿੰਦੇ ਨੇ ਵੀ ਜੇ ਕੋਈ ਤਰਸ ਦੇ ਆਧਾਰ 'ਤੇ ਨੌਕਰੀ ਲਈ ਅਪਲਾਈ ਕਰਨਾ ਹੈ ਤਾਂ ਇਹ ਇਨਸੀਡੈਂਟ ਹੋਣ ਤੋਂ ਬਾਅਦ 1 ਸਾਲ ਦੇ ਵਿੱਚ ਅਪਲਾਈ ਕਰਨਾ ਹੈ। ਠੀਕ ਹੈ ਜੀ। ਲੇਕਿਨ ਇਹਨਾਂ ਨੇ 1 ਸਾਲ 'ਚ ਅਪਲਾਈ ਨਹੀਂ ਕੀਤਾ। ਫਿਰ ਸੈਕੰਡ ਜਿਹੜੀ ਹੈਗੀ ਹੈ ਵੀ ਕਿਰਤ ਵਿਭਾਗ ਤੋਂ ਜੇ ਕੋਈ ਲੇਟ ਹੋ ਗਿਆ ਕਿਸੇ ਕਾਰਨ ਕਰਕੇ, ਉਹ ਕਿਸੇ ਆਪਣੇ ਡੈਥ ਕਰਕੇ, ਘਰ 'ਚ ਹੋਈ ਕਰਕੇ, ਕੋਈ ਉਲਝਿਆ ਸੀ ਕੋਈ ਕੰਮ 'ਚ, ਜੇ ਉਹ ਕਿਸੇ ਕਾਰਨ ਕਰਕੇ ਲੇਟ ਹੋ ਗਿਆ ਤਾਂ ਉਹਦੇ ਵਿੱਚ ਸੈਕੰਡ ਆਪਸ਼ਨ ਕੀ ਹੈ ਵੀ ਕਿਰਤ ਵਿਭਾਗ ਤੋਂ ਜਿਹੜੀ ਹੈਗੀ ਹੈ ਮਨਜ਼ੂਰੀ ਲੈ ਕੇ 5 ਸਾਲ ਤੱਕ ਉਹ ਅਪਲਾਈ ਕਰ ਸਕਦਾ ਹੈ। ਪਰ ਇਹ ਕੇਸ ਇੱਕ ਸਪੈਸ਼ਲ ਕੇਸ ਹੈ, ਸਪੈਸ਼ਲ ਕੇਸ ਹੀ। ਅੱਜ ਅਖਬਾਰ ਦੇ ਵਿੱਚ ਜਦੋਂ ਮੈਂ ਲਫ਼ਜ਼ ਪੜ੍ਹੇ ਤਾਂ ਮੈਂ ਉਹ ਲਫ਼ਜ਼ ਪੜ੍ਹ ਕੇ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਸਪੈਸ਼ਲ ਰਿਆਇਤ ਦਿੱਤੀ ਗਈ ਹੈ ਤਰਸ ਦੇ ਵਿਭਾਗ 'ਤੇ। ਹੁਣ ਮੈਨੂੰ ਨਹੀਂ ਸਮਝ ਆਉਂਦਾ ਵੀ ਇਹਨਾਂ ਦੀ ਇੰਨੀ ਵਿੱਤੀ ਹਾਲਤ ਕਿਹੜੀ ਮਾੜੀ ਹੈ ਵੀ ਇੱਥੇ ਘਰੇ ਰੋਟੀ ਨਹੀਂ ਪੱਕਦੀ ਇਹਨਾਂ ਦੇ, ਜਾਂ ਇਹਨਾਂ ਦੇ ਘਰੇ ਸਿਸਟਮ ਨਹੀਂ ਚੱਲਦਾ ਵੀ ਇਹ ਰੋਟੀ ਤੋਂ ਲਾਚਾਰ ਨੇ ਵੀ ਜਿਹੜਾ ਇਹਨਾਂ ਨੂੰ ਸਪੈਸ਼ਲ, ਮੇਰਾ ਜ਼ੋਰ ਹੈ ਸਪੈਸ਼ਲ ਲਫ਼ਜ਼ 'ਤੇ, ਵੀ ਇੱਕ ਕਰੋੜਪਤੀ ਬੰਦਿਆਂ ਨੂੰ ਤੁਸੀਂ ਜੇ ਕੋਈ ਹੋਰ ਕਿਸੇ ਦੇ ਕਾਗਜ਼ ਦੇ ਵਿੱਚ, ਫਾਈਲ ਦੇ ਵਿੱਚ ਕੋਈ ਕਾਗਜ਼ 'ਚ ਨੁਕਸ ਨਿਕਲ ਆਉਂਦਾ, ਉਹ ਫਾਈਲ ਕਲਰਕ ਭਗਾ ਕੇ ਮਾਰਦੇ ਨੇ, ਹੈ ਨਾ, ਵੀ ਇਹਦੇ 'ਚ ਆਹ ਕਾਗਜ਼ ਨਹੀਂ ਹੈਗੇ, ਇਹਦੇ 'ਚ ਆਹ ਕਾਗਜ਼ ਨਹੀਂ ਹੈਗੇ। ਇੱਕ ਬੰਦਾ ਜਿਹੜਾ ਉਹ ਜਿਹੜਾ ਕਾਨੂੰਨ ਦੇ ਵਿੱਚ ਫਿੱਟ ਨਹੀਂ ਬੈਠਿਆ, ਸਾਲ 'ਚ ਉਹਨੇ ਅਪਲਾਈ ਨਹੀਂ ਕੀਤਾ, 5 ਸਾਲ 'ਚ ਉਹਨੇ ਅਪਲਾਈ ਨਹੀਂ ਕੀਤਾ, ਤੁਸੀਂ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨੂੰ ਤੁਸੀਂ 8 ਸਾਲ ਦੇ ਬਾਅਦ ਲਿਖ ਰਹੇ ਹੋ। ਹਾਂ, ਵੀ ਇਹਨੂੰ ਸਪੈਸ਼ਲ ਰਿਆਇਤ ਦਿੱਤੀ ਜਾਂਦੀ ਆ। ਜੇ ਸਪੈਸ਼ਲ ਰਿਆਇਤ ਦਿੱਤੀ ਜਾਂਦੀ ਹੈ ਤਾਂ ਇਹਦੇ 'ਚ ਸਿੱਧਾ ਹੈਗਾ, ਨਾ ਮੈਨੂੰ ਕੋਈ ਕਹਿਣ 'ਚ ਗਰੇਜ ਹੈ, ਨਾ ਮੈਨੂੰ ਕਹਿਣ 'ਚ ਕੋਈ ਡਰ ਹੈ ਵੀ ਇਹਦੇ 'ਚ ਪੋਲੀਟੀਸ਼ੀਅਨਾਂ ਦਾ ਜਿਹੜਾ ਇਹ ਧੱਕਾ, ਇਹ ਪੋਲੀਟੀਸ਼ੀਅਨਾਂ ਦਾ ਧੱਕਾ ਹੈ, ਪੋਲੀਟੀਸ਼ੀਅਨਾਂ ਦੀ ਮਨਮਰਜ਼ੀ ਹੈ, ਪੋਲੀਟੀਸ਼ੀਅਨਾਂ ਦੀ ਇਹ ਸੋਚ ਹੈ ਵੀ ਸਾਡੇ ਉੱਤੇ ਨਾ ਕੋਈ ਸਾਨੂੰ ਪੁੱਛਣ ਵਾਲਾ, ਨਾ ਕੋਈ ਸਾਨੂੰ ਗਿਣਨ ਵਾਲਾ। ਅਤੇ ਵੱਡੀ ਹੈਰਾਨੀ ਦੀ ਗੱਲ ਵੀ ਉੱਥੇ ਜਿਹੜਾ ਇਹ ਪਾਸ ਹੋਇਆ ਇਹਦੇ 'ਚ ਜਿਹੜਾ ਤਰਸ ਦਾ ਆਧਾਰ ਬਣਾਇਆ ਗਿਆ, ਉਹ ਤਰਸ ਦਾ ਆਧਾਰ ਦੇ ਵਿੱਚ ਤਾਂ ਸਰਕਾਰ ਨੇ ਕਿਹਾ ਵੀ ਉਹਨਾਂ ਦੀ ਹਾਈ ਕੋਰਟ ਨੇ ਕੇਸ ਦੇ ਵਿੱਚ ਇੱਕ ਜਿਹੜਾ ਤਰਸ ਦੇ ਆਧਾਰ 'ਤੇ ਨੌਕਰੀ ਨੂੰ ਰੱਦ ਕੀਤਾ ਵੀ ਇਹਨਾਂ ਦੀ ਜਿਹੜੀ ਇਨਕਮ ਹੈ 4-5 ਹਜ਼ਾਰ ਹੈਗੀ ਹੈ ਕਿਸੇ ਕੇਸ ਨੂੰ। ਕੱਲ੍ਹ ਡਿਬੇਟ 'ਚ ਦੱਸਿਆ ਸੀ ਵੀ ਇੱਕ ਕੇਸ ਨੂੰ ਹਾਈ ਕੋਰਟ ਨੇ ਰੱਦ ਕੀਤਾ ਤਰਸ ਦੇ ਆਧਾਰ 'ਤੇ ਵੀ ਲੋੜ ਨਹੀਂ ਹੈ ਨੌਕਰੀ ਦੇਣ ਦੀ, ਵੀ ਇਹਨਾਂ ਦੀ ਇਨਕਮ ਸਫੀਸ਼ੀਐਂਟ ਹੈ। ਵੀ ਜੇ ਉੱਥੇ 5000 ਦੀ ਇਨਕਮ ਸਫੀਸ਼ੀਐਂਟ ਹੈ ਤਾਂ ਇੱਥੇ ਕਰੋੜਾਂ ਦੀ ਇਨਕਮ ਸਫੀਸ਼ੀਐਂਟ ਨਹੀਂ ਹੈ। ਤਾਂ ਇਸ ਕਰਕੇ ਇਹਨੂੰ ਜਿਹੜੀ ਨੌਕਰੀ ਦਿੱਤੀ ਗਈ ਹੈ, ਇਹ ਚਰਚਾ ਦਾ ਵਿਸ਼ਾ ਇਸੇ ਕਰਕੇ ਬਣੀ ਹੈ, ਇਹ ਮੁੱਦਾ ਅੱਜ ਦਾ ਸਾਡਾ ਇਸੇ ਕਰਕੇ ਬਣਿਆ। ਸਾਨੂੰ ਇਸ ਦੇ ਉੱਤੇ ਬੋਲਣ ਦੀ ਲੋੜ ਇਸ ਕਰਕੇ ਪਈ ਹੈ ਵੀ ਆਮ ਪਬਲਿਕ ਨੂੰ ਪਤਾ ਲੱਗੇ ਵੀ ਇਹਦੇ 'ਚ ਲੂਪਹੋਲ ਕੀ ਹੈ, ਇਹ ਕਿਉਂ ਵਿਧਾਨ ਸਭਾ ਦੇ ਵਿੱਚ ਇਹਨੂੰ ਸਪੈਸ਼ਲ ਕੇਸ। ਕਿਉਂਕਿ ਜੇ ਫਾਈਲ ਇਹ ਰੂਟੀਨ ਦੇ ਵਿੱਚ ਦਫ਼ਤਰਾਂ 'ਚ ਜਾਂਦੀ, ਜੇ ਫਾਈਲ ਇਹ ਵਿਭਾਗ ਕੋਲ ਜਾਂਦੀ, ਇਹ ਫਾਈਲ ਰਿਜੈਕਟ ਹੋਣੀ ਸੀ। ਕਿਉਂ ਰਿਜੈਕਟ ਹੋਣੀ ਸੀ? ਇਹਨੇ ਟਾਈਮ ਪੀਰੀਅਡ ਲੰਘਾ ਲਿਆ ਸੀ। ਇਸ ਕਰਕੇ ਉਹਨਾਂ ਨੇ ਇਹ ਮੋਰੀ ਭੇਜਣ ਦੀ ਬਜਾਏ, ਡਿਪਾਰਟਮੈਂਟ ਨੂੰ ਫਾਈਲਾਂ ਭੇਜਣ ਦੀ ਬਜਾਏ, ਹੁਣ ਉਹ ਉੱਥੇ ਪਾਸ ਕਰਕੇ ਇਹਨੂੰ ਇਨ ਬਿਨ ਓਕੇ ਕਰਕੇ ਹੁਣ ਇਹਨੂੰ ਉੱਥੇ ਅਪੁਆਇੰਟ ਕਰਤਾ ਵੀ ਤਾਂ ਕਿ ਨਾ ਉਹ ਪੁਆਇੰਟ ਲੋਕਾਂ ਦੇ ਦਿਮਾਗ 'ਚ ਆਵੇ, ਨਾ ਉਹ ਵੀਕਨੈਸ ਇਸ ਕਰਮਚਾਰੀ ਦੀ ਸਾਹਮਣੇ ਆਵੇ। ਤਾਂ ਇਸ ਕਰਕੇ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਉਹ ਇਸ ਕਰਕੇ ਲਿਆ ਗਿਆ। ਅਤੇ ਇੱਕ ਕੁਐਸਚਨ ਸਾਡਾ ਹੋਰ ਹੈ ਵੀ ਜਿਹੜੇ ਜਿੱਦਾਂ ਹੁਣ ਦੇਖੋ ਵੱਧ ਤੋਂ ਵੱਧ ਪੜ੍ਹੇ ਲਿਖੇ ਜਿਹੜੇ ਸਾਡੇ ਬੇਰੁਜ਼ਗਾਰ ਨੇ, ਉਹ ਸੜਕਾਂ 'ਤੇ ਬੈਠੇ ਨੇ, ਧਰਨੇ ਲਾ ਰਹੇ ਨੇ, ਟੈਂਕੀਆਂ 'ਤੇ ਚੜ੍ਹ ਰਹੇ ਨੇ ਅਤੇ ਨਹਿਰਾਂ ਵਿੱਚ ਛਾਲਾਂ ਮਾਰ ਰਹੇ ਨੇ, ਜਿਹੜੀਆਂ ਆਪਾਂ ਦੇਖ ਰਹੇ ਹਾਂ। ਅਤੇ ਅੱਜ ਵੀ ਪੜ੍ਹੇ ਲਿਖੇ ਜਿਹੜੇ ਵਿਅਕਤੀ ਨੇ ਉਹ ਰੋਡਾਂ 'ਤੇ ਖਾ ਰਹੇ ਨੇ। ਇਹਦੇ ਬਾਰੇ ਸਰਕਾਰ ਦੀਆਂ ਅੱਖਾਂ ਕਿਉਂ ਬੰਦ ਨੇ? ਸਰਕਾਰ ਦੀਆਂ ਅੱਖਾਂ ਤੁਸੀਂ ਕਹਿ ਰਹੇ ਹੋ ਬੰਦ ਨੇ, ਮੈਂ ਨਾਲ ਇਹਦੇ ਕਹੂੰਗਾ ਵੀ ਲੋਕ ਵੀ ਸਾਡੇ ਓਨੇ ਹੀ ਜ਼ਿੰਮੇਵਾਰ ਨੇ। ਜੇ ਸਰਕਾਰ ਦੀਆਂ ਅੱਖਾਂ ਬੰਦ ਨੇ, ਸਾਡੇ ਕੋਲ ਬੜੇ ਮੌਕੇ ਆਉਂਦੇ ਨੇ। ਹੁਣ ਮੂਹਰੇ 2022 ਦੀ ਇਲੈਕਸ਼ਨ ਆਉਣੀ ਹੈ, ਇਹ ਸਾਡੇ ਕੋਲ ਮੌਕਾ ਨਹੀਂ ਹੈ। ਮੌਕਾ ਦੇਖੋ, ਸਰਕਾਰ ਦੀਆਂ ਅੱਖਾਂ ਇੱਕ ਵਾਰੀ ਤਾਂ ਬੰਦ ਨਹੀਂ ਹੋਈਆਂ। ਅਸੀਂ ਜਦੋਂ ਦੀ ਹੋਸ਼ ਸੰਭਾਲੀ ਹੈ, ਜਦੋਂ ਦੇ ਅਸੀਂ ਦੇਖਦੇ ਆ ਰਹੇ ਹਾਂ ਪੋਲੀਟੀਸ਼ੀਅਨਾਂ ਦਾ ਸਿਸਟਮ, ਇਹ ਉਦੋਂ ਦਾ ਹੀ ਧੱਕਾ ਚੱਲਦਾ ਆ ਰਿਹਾ, ਚਾਹੇ ਕਿਸੇ ਰੂਪ 'ਚ ਹੋਵੇ, ਚਾਹੇ ਉਹ ਨੌਕਰੀਆਂ ਦੇਣ ਦੇ ਰੂਪ 'ਚ ਹੋਵੇ, ਚਾਹੇ ਉਹ ਤਨਖਾਹਾਂ ਵਧਾਉਣ ਦੇ ਰੂਪ 'ਚ ਹੋਵੇ, ਚਾਹੇ ਉਹ ਕਰੋਨਾ ਦੇ ਵਿੱਚ ਲੋਕਾਂ ਦੇ ਚਲਾਨ ਕੱਟਣ ਦੇ ਰੂਪ 'ਚ ਹੋਵੇ। ਕਿ ਜਿਹੜਾ ਇਹ ਵਿਤਕਰਾ, ਇਹ ਸਿਆਸਤਦਾਨਾਂ ਦਾ ਅਤੇ ਲੋਕਾਂ ਦਾ, ਉਹਨਾਂ ਲਈ ਮਾਪਦੰਡ ਹੋਰ, ਲੋਕਾਂ ਲਈ ਮਾਪਦੰਡ ਹੋਰ। ਹੁਣ ਤੁਸੀਂ ਬੇਰੁਜ਼ਗਾਰਾਂ ਦੀ ਗੱਲ ਕੀਤੀ ਹੈ,
ਵੀ ਧਰਨਿਆਂ ਤੇ ਬੈਠੇ ਨੇ, ਡੰਡੇ ਖਾਂਦੇ ਨੇ, ਨਹਿਰਾਂ 'ਚ ਛਾਲਾਂ ਮਾਰਦੇ ਨੇ ਦੁਖੀ ਹੋਏ, ਹੈ ਨਾ, ਟੈਂਕੀਆਂ 'ਤੇ ਚੜ੍ਹੇ ਹੋਏ ਨੇ, ਵੀ ਉਹ ਨਾ ਉੱਥੇ ਤਰਸਦੇ ਨਾ ਇਹਨਾਂ ਨੂੰ ਉੱਥੇ ਤਰਸ ਆਉਂਦਾ, ਨਾ ਇਹ ਇਹਨਾਂ ਨੂੰ ਉਹ ਦਿਸਦੇ ਨੇ ਸਿਆਸਤਦਾਨਾਂ ਨੂੰ। ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਕਿਉਂ ਨਹੀਂ ਨਿਗਾਹ 'ਚ ਦੇਖੋ, ਇਹ ਸਾਡੇ ਲੋਕ, ਮੈਂ ਸੋਚਦਾ ਮੈਂ ਵੀ ਉਹਦੇ ਵਿੱਚ ਹੀ ਹਾਂ, ਆਪਾਂ ਲੋਕਾਂ ਦੇ ਵਿੱਚ ਹੀ ਹਾਂ, ਵੀ ਅਸੀਂ ਲੋਕ ਵੀ ਓਨੇ ਕੁ ਹੀ ਜ਼ਿੰਮੇਵਾਰ ਹਾਂ। ਕਿਉਂਕਿ ਜੇ ਇੱਕ ਬੰਦੇ ਨੇ ਕਿਤੇ ਇੱਕ ਵਾਰੀ ਠੱਗੀ ਮਾਰੀ ਹੋਵੇ, ਅਸੀਂ ਕਹਿ ਦਿੰਦੇ ਹਾਂ ਠੱਗੀ ਕਰ ਗਿਆ, ਜੇ ਕਿਸੇ ਨੇ 2 ਵਾਰੀ 3 ਵਾਰੀ ਕਰੀ ਹੋਵੇ ਤਾਂ ਵੀ ਅਸੀਂ ਕਹਿੰਦੇ ਕਿ ਵਾਰ-ਵਾਰ ਕਰ ਗਿਆ। ਪਰ ਇੱਥੇ ਤਾਂ ਜਦੋਂ ਦੇ ਹੋਸ਼ ਸੰਭਾਲੀ ਹੈ, ਹਰ 5 ਸਾਲ ਬਾਅਦ ਠੱਗੀ ਹੁੰਦੀ ਹੈ, ਠੱਗੀਆਂ ਚੱਲ ਰਹੀਆਂ। ਤਾਂ ਇਸ ਕਰਕੇ ਜੇ ਅਸੀਂ ਕਹੀਏ ਵੀ ਵੀ ਕਿਉਂ ਨਹੀਂ ਲੋਕਾਂ ਦੀ ਸਮਝ ਆਉਂਦਾ ਜਾਂ ਸਰਕਾਰਾਂ ਕਿਉਂ ਨਹੀਂ ਤਾਂ ਇਹਦਾ ਕਾਰਨ ਇਹੀ ਹੈ ਵੀ ਸਰਕਾਰਾਂ ਦੇ ਲੋਟ ਆਇਆ ਹੋਇਆ ਕੰਮ, ਲੋਕ ਭੁੱਲਣਹਾਰ ਨੇ। ਤਾਂ ਉਹ 5 ਸਾਲ ਬਾਅਦ ਜਿਹੜੇ ਵਾਅਦੇ ਕਰਦੇ ਨੇ, ਜੋ ਕੁਝ ਕਰਦੇ ਨੇ, ਉਹਨਾਂ ਨੂੰ ਭੁੱਲ ਜਾਂਦੇ ਨੇ। ਤਾਂ ਇਹ ਫਿਰ ਉਹਨਾਂ ਨੂੰ ਮੋਟੀਵੇਟ ਕਰ ਲੈਂਦੇ ਨੇ, ਜਿਹੜੇ ਇਹਨਾਂ ਦੇ ਵਰਕਰ ਨੇ ਉਹ ਆਮ ਜਨਤਾ ਨੂੰ ਮੋਟੀਵੇਟ ਕਰ ਲੈਂਦੇ ਨੇ। ਤਾਂ ਜਿੰਨੀ ਦੇਰ ਤੱਕ ਸਾਡੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬੇਰੁਜ਼ਗਾਰਾਂ ਦਾ ਸਿਸਟਮ ਹੈ ਜਿਹੜਾ, ਉਹ ਕਿਉਂ ਨਹੀਂ ਨਿਗਾਹ 'ਚ ਆ ਰਿਹਾ, ਕਿ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ। ਫਰਕ ਉਹੀ ਹੈ ਕਿ ਉਹ ਸਿਆਸਤਦਾਨਾਂ ਦੇ ਬੱਚੇ ਨਹੀਂ ਹੈਗੇ। ਤੁਸੀਂ ਮੈਨੂੰ ਦੱਸੋ ਵੀ ਕੋਈ ਪੋਲੀਟੀਸ਼ੀਅਨ ਦਾ, ਮੰਤਰੀ ਦਾ ਬੱਚਾ, ਕੋਈ ਵਿਧਾਇਕ ਦਾ ਬੱਚਾ ਕੋਈ ਟੈਂਕੀ ਤੇ ਚੜ੍ਹਿਆ ਹੋਇਆ, ਕਿਸੇ ਨੇ ਕੋਈ ਨਹਿਰ 'ਚ ਛਾਲ ਮਾਰੀ ਆ, ਕਿਸੇ ਨੇ ਕੋਈ ਸੜਕ ਦੇ ਧਰਨੇ ਦੇ ਉੱਤੇ ਆਪਣਾ ਕੋਈ ਰੋਸ ਮੁਜ਼ਾਹਰਾ ਕੀਤਾ, ਡੰਡੇ ਖਾਧੇ ਆ। ਕਿਉਂ? ਇਹਨਾਂ ਲਈ ਚੈਨਲ ਹੀ ਵੱਖਰਾ ਹੈ, ਇਹਨਾਂ ਨੂੰ ਉੱਥੇ ਜਾਣਾ ਹੀ ਨਹੀਂ ਪੈਂਦਾ। ਇਹਨਾਂ ਦੇ ਹੁਣ ਤੁਸੀਂ ਦੇਖੋ, ਕਾਂਗੜ ਸਾਹਿਬ ਦੇ ਜਵਾਈ ਨੂੰ ਬੈਠੇ ਬਿਠਾਈ ਨੂੰ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਨੌਕਰੀ ਦਿੱਤੀ। ਉਹਨੇ ਕੀ ਲੋੜ ਆ ਉਹਨੂੰ ਧਰਨੇ 'ਚ ਜਾਣ ਦੀ, ਕੀ ਲੋੜ ਆ ਉਹਨੂੰ ਡੰਡੇ ਖਾਣ ਦੀ, ਕੀ ਲੋੜ ਆ ਉਹਨੂੰ ਨਹਿਰਾਂ 'ਚ ਛਾਲ ਮਾਰਨ ਦੀ? ਉਹਦਾ ਤਾਂ ਕੰਮ ਕਰੇ ਬੈਠੇ ਬਣ ਗਿਆ। ਸੋ ਜਿਹੜੇ ਪਾੜਾ ਹੈ ਨਾ, ਇਹ ਪੋਲੀਟੀਸ਼ੀਅਨਾਂ ਦੇ ਜਾਲ 'ਚੋਂ, ਇਹਨਾਂ ਦੇ ਜਾਣੀ ਤੁਸੀਂ ਜ਼ੁਲਮ ਤੋਂ ਇਹਨਾਂ ਨੂੰ ਨਿਕਲਣ ਦਾ ਕੋਈ, ਜੇ ਕਹੀਏ ਆਪਾਂ, ਸਿੱਧਾ ਸਟੇਟ ਫਾਰਵਰਡ ਰਸਤਾ ਨਹੀਂ ਹੈ। ਕਿਉਂਕਿ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ 20-30 ਸਾਲਾਂ 'ਚ ਤਾਂ ਇਹ ਹੱਲ ਹੋਣਾ ਨਹੀਂ। ਇਹ ਸਰਕਾਰਾਂ ਕਿਉਂਕਿ ਜਦ ਤੱਕ ਪੋਲੀਟੀਸ਼ੀਅਨਾਂ ਦਾ ਹੱਲ ਨਹੀਂ ਹੁੰਦਾ, ਪੋਲੀਟਿਕਸ ਦਾ ਹੱਲ ਨਹੀਂ ਹੁੰਦਾ, ਇਹ ਨਹੀਂ, ਪੋਲੀਟੀਸ਼ੀਅਨਾਂ ਦਾ ਹੱਲ ਹੋਣਾ ਸੰਭਵ ਨਹੀਂ। ਕਿਉਂਕਿ ਇਹ ਇਲੈਕਸ਼ਨ ਵਾਰੀ ਸਿਰ ਹੈ, ਕਦੇ ਅਕਾਲੀ ਆ ਗਏ, ਕਦੇ ਕਾਂਗਰਸ ਆ ਗਏ, ਕਦੇ ਆਪ ਆ ਗਈ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ। ਇਹ ਸਿਸਟਮ ਚੱਲਦਾ ਰਹਿੰਦਾ। ਸੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਨੌਜਵਾਨ, ਬੇਰੁਜ਼ਗਾਰ ਨੌਜਵਾਨ, ਉਹ ਇਹਨਾਂ ਦੇ ਬੱਚੇ ਨਹੀਂ ਹਨ। ਜੇ ਸਿਆਸਤਦਾਨਾਂ ਦੇ ਬੱਚੇ ਹੋਣ ਤਾਂ ਇੱਕ ਦਿਨ ਵੀ ਧਰਨਾ ਨਹੀਂ ਲੱਗਣਾ, ਇੱਕ ਦਿਨ ਵੀ ਟੈਂਕੀ ਤੇ ਨਹੀਂ ਚੜੇ ਜਾਣੇ, ਇੱਕ ਦਿਨ ਵੀ ਡੰਡੇ ਨਹੀਂ ਪੈਣੇ, ਇੱਕ ਦਿਨ ਵੀ ਨਹਿਰਾਂ 'ਚ ਨਹੀਂ ਡਿੱਗਣੇ, ਜੇ ਸਿਆਸਤਦਾਨ। ਪਰ ਉਹ ਹੈ ਨਹੀਂ। ਤਾਂ ਇਸ ਕਰਕੇ ਲੋਕਾਂ ਨੂੰ ਇਹ ਜਿਹੜਾ ਸੰਤਾਪ ਹੈ ਇਹਨਾਂ ਦਾ ਹੰਡਾਉਣਾ ਹੀ ਪੈਣਾ ਹੈ, ਤੇ ਲੋਕ ਹੰਡਾ ਰਹੇ ਨੇ। ਤੇ ਇੱਕ ਆਪਾਂ ਹੋਰ ਦੇਖਦੇ ਹਾਂ, ਜਦੋਂ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੁੰਦਾ, ਉੱਥੇ ਆਪੋਜੀਸ਼ਨ ਪਾਰਟੀਆਂ ਵੀ ਹੁੰਦੀਆਂ, ਵਿਰੋਧੀ ਧਿਰ ਵੀ ਹੁੰਦੀ ਹੈ, ਉਹਨਾਂ ਵੱਲੋਂ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ ਇਹਨਾਂ ਦਾ? ਹਾਂ, ਇਹ ਤੁਹਾਡਾ ਬੜੇ ਵੱਡਾ ਸਵਾਲ ਹੈ। ਇਹ ਐਤਕੀ ਬਾਰੇ ਹੋਇਆ, ਜਿਵੇਂ ਪਿਛਲੇ ਵਾਰੀ ਜਦੋਂ ਫਤਿਹ ਜੰਗ ਸਿੰਘ ਬਾਜਵਾ ਦਾ ਨੌਕਰੀ ਦਾ ਕੇਸ ਸੀਗਾ, ਤੇ ਇੱਕ ਉਹ ਤਹਿਸੀਲਦਾਰ ਦੇ ਕੇਸ ਸੀਗਾ, 2 ਪਾਂਡੇ ਸਾਹਿਬ ਦਾ। ਤੇ ਉਹਨਾਂ ਦੇ ਵਿੱਚ ਕੀ ਹੋਇਆ ਸੀ, ਉਦੋਂ ਕਾਂਗਰਸ ਦੇ ਜਿਹੜੇ ਬਹੁਤੇ ਜ਼ਿਆਦਾ ਲੋਕ ਸੀ ਤੇ ਵਿਧਾਇਕ ਦਲ ਦੇ ਵੀ ਲੋਕ ਸੀ, ਉਹਨਾਂ ਨੇ ਅਪੋਜ਼ ਕੀਤਾ। ਬੜਾ ਰੌਲਾ ਪਿਆ ਤਾਂ ਦੇਖੋ ਉਹਦੀ ਪ੍ਰਾਪਤੀ ਵੀ ਹੋਈ ਵੀ ਇਹ 2 ਚੋਂ 1 ਨੇ ਕਹਿਤਾ ਵੀ ਮੈਂ ਨੌਕਰੀ ਨਹੀਂ ਲੈਣੀ। ਉਹਨੂੰ ਸ਼ਰਮ ਆਈ ਜਾਣੀ, ਉਹਨੇ ਆਪਣੇ ਨੈਤਿਕ ਦੇ ਆਧਾਰ ਤੇ ਕਹਿਤਾ ਵੀ ਲੋਕ ਜੇ ਇੰਨਾ ਵਿਰੋਧ ਕਰਦੇ ਨੇ, ਜੇ ਸਾਡੀ ਪਾਰਟੀ ਦੇ ਬੰਦੇ ਇੰਨੇ ਵਿਰੋਧ ਕਰਦੇ ਨੇ, ਵੀ ਉਹਨੇ ਡਿਨਾਈ ਕਰ ਲਿਆ ਵੀ ਮੈਨੂੰ ਚੰਗਾ ਨਹੀਂ ਲੱਗਣਾ। ਹੁਣ ਇੱਕ ਦਫ਼ਤਰ ਦੇ ਵਿੱਚ ਜੇ ਆਪਾਂ ਜਾਈਏ, ਸਾਨੂੰ ਹੀ ਚੁਣਿਆ ਹੋਵੇ ਵਿਧਾਨ ਸਭਾ 'ਚ, ਹੈ ਨਾ, ਆਪਾਂ ਪੋਲੀਟੀਸ਼ੀਅਨ ਦੇ ਕਿਸੇ ਦੇ ਬੱਚੇ ਹੋਈਏ, ਜਦੋਂ ਆਪਾਂ ਨੌਕਰੀ ਕਰਨ ਜਾਵਾਂਗੇ ਉੱਥੇ 100 ਮੁਲਾਜ਼ਮ ਹੋਊਗਾ, ਉਹ ਕੀ ਕਹੂਗਾ ਵੀ ਯਾਰ ਇਹ ਪੋਲੀਟੀਸ਼ੀਅਨਾਂ ਦਾ ਜਵਾਕ ਹੈ, ਇਹਨੇ ਕਿਹੜਾ ਮਿਹਨਤ ਕਰਕੇ ਆਇਆ, ਹੈ ਨਾ। ਉਹੀ ਉਹਨੂੰ ਬੇਸ਼ਰਮੀ, ਉਹਨੂੰ ਨਮੋਸ਼ੀ ਝੱਲਣ ਦੇ ਮਾਰੇ ਨੇ ਇਹ ਚੀਜ਼ ਨੂੰ ਡਿਨਾਈ ਕਰਤਾ ਵੀ ਮੈਂ ਆਪਦਾ ਜਿਹੜਾ ਨੈਤਿਕ ਸਟੇਟਸ ਹੈ ਉਹਨੂੰ ਬਣਾ ਕੇ ਰੱਖਾਂ। ਇਸ ਕੇਸ ਦੇ ਵਿੱਚ ਵਿਰੋਧ ਕਿਉਂਕਿ ਫਿਰ ਇਹਨਾਂ ਨੂੰ ਕਈ ਵਾਰੀ ਨਾ ਕੀ ਹੁੰਦਾ, ਕੋਈ ਬੰਦਾ, ਹੁਣ ਮੈਂ ਸੋਚਦਾ ਵੀ ਕਈ ਪੋਲੀਟੀਸ਼ੀਅਨ ਸੋਚਦੇ ਹੋਣੇ ਵੀ ਗਲਤੀ ਕਰ ਲਈ, ਵੀ ਉਦੋਂ ਵੀ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸੀ। ਐਤਕੀ ਵਿਰੋਧ ਕਿਉਂ ਨਹੀਂ ਹੋਇਆ? ਸਿਰਫ ਇੱਕ ਮੰਤਰੀ ਦਾ ਨਾਂ ਆਇਆ, ਮੇਰੇ ਖਿਆਲ, ਮੈਨੂੰ ਨਾਂ ਉਹਨਾਂ ਦਾ ਯਾਦ ਨਹੀਂ ਹੈ, ਉਹਨਾਂ ਦਾ ਨਾਂ ਆਇਆ ਜਿਨ੍ਹਾਂ ਨੇ ਵਿਰੋਧ ਕੀਤਾ ਵੀ ਜੇ ਨੌਕਰੀਆਂ ਦੇਣੀਆਂ ਪਹਿਲਾਂ ਉਹਨਾਂ ਨੂੰ 2 ਜਿਹੜੇ ਬੇਰੁਜ਼ਗਾਰ ਨੇ। ਇਹ ਵਿਰੋਧ ਕਿਉਂ ਨਹੀਂ ਕਰਦੇ? ਉਹਦਾ ਕਾਰਨ ਕੀ ਹੈ? ਇਹਨਾਂ ਨੂੰ ਪਤਾ ਹੈ ਵੀ ਪਿਛਲੇ 20-25 ਸਾਲ ਦਾ ਆਪਾਂ ਰਿਕਾਰਡ ਦੇਖ ਲਈਏ, ਹੋ ਸਕਦਾ ਕਿਤੇ ਸਰਕਾਰ ਰਿਪੀਟ ਹੋ ਗਈ ਹੋਵੇ, ਨਹੀਂ ਤਾਂ ਬਦਲ ਕੇ ਆਉਂਦੇ ਆ, ਇੱਕ ਵਾਰੀ ਕੱਲ੍ਹ, ਇੱਕ ਵਾਰੀ ਉਹ ਤਾਂ ਉਡੀਕ 'ਚ ਬੈਠੇ ਆ। ਉਹ ਤਾਂ ਸਗੋਂ ਇਹ ਨਹੀਂ ਕਹਿੰਦੇ ਵਿਰੋਧ ਨਹੀਂ ਕਰਦੇ, ਉਹ ਤਾਂ ਕਹਿੰਦੇ 2 ਦੀ ਬਜਾਏ 4 ਰੱਖਣ, ਕਿਉਂਕਿ ਜੇ 4 ਰੱਖਣਗੇ ਅਸੀਂ 40 ਰੱਖਾਂਗੇ। ਰਸਤਾ ਬਣਾ ਰਹੇ ਨੇ ਜਿਹੜੀ ਰਸਤਾ ਵੀ ਉਹ ਗਲਤ। ਉਹ ਕਹਿੰਦੇ ਇਹਨਾਂ ਨੂੰ ਕੰਮ ਕਰ ਲੈਣ ਦਿਓ, ਵੀ ਕੱਲ੍ਹ ਨੂੰ ਇਹਨਾਂ ਨੇ ਸਾਡਾ ਰੌਲਾ ਪਾਉਣਾ ਵੀ ਇਹਨਾਂ ਨੇ ਤਾਂ ਜਵਾਈ ਲਾਏ ਨੇ, ਅਸੀਂ ਚਾਚੇ ਤਾਏ ਭਤੀਜੇ ਸਾਰੇ ਹੀ ਲਾ ਦੇਣੇ ਨੇ। ਤਾਂ ਮੈਂ ਤਾਂ ਇਹ ਕਹਿ ਰਿਹਾ ਵੀ ਜਿਹੜਾ ਸਿਸਟਮ ਤੁਸੀਂ ਕਹਿ ਰਹੇ ਹੋ ਵੀ ਨਾ ਵਿਰੋਧ ਕਿਉਂ ਨਹੀਂ ਕਰਦੇ, ਮੈਂ ਤਾਂ ਖੁਦ ਹੈਰਾਨ ਹੋਇਆ ਖਬਰ ਪੜ੍ਹ ਕੇ ਵੀ ਉੱਥੇ ਜਿਹੜੇ ਵਿਧਾਇਕ ਬੈਠੇ ਸੀ, ਮੰਤਰੀ ਵੈਸੇ ਵੀ, ਕਿਸੇ ਨੇ ਕੋਈ ਵਿਰੋਧ ਨਹੀਂ। ਇਹ ਵਿਰੋਧ ਕਰਦੇ ਕਦੋਂ ਨੇ? ਜਦੋਂ ਕਾਰਾਂ ਲੈਣੀਆਂ ਹੁੰਦੀਆਂ ਨੇ ਨਵੀਆਂ, ਕੋਈ ਵਿਰੋਧ ਕਰਦਾ? ਇੱਕ ਆਪ ਵਿਧਾਇਕ ਨੇ ਟੀਵੀ ਦੇ ਉੱਤੇ ਰੌਲਾ ਪਾਇਆ ਸੀ ਜਦੋਂ ਕਾਰਾਂ ਨਵੀਆਂ ਖਰੀਦੀਆਂ ਸੀਗੀਆਂ ਵੀ ਇਹ ਗਲਤ ਹੈ। ਸਭ ਤੋਂ ਪਹਿਲਾਂ ਕਾਰ ਉਹਨੇ ਲਈ, ਠੀਕ ਹੈ, ਆਪ ਵਿਧਾਇਕ ਨੇ ਰੌਲਾ ਪਾਇਆ ਸੀ। ਆਪਾਂ ਨਾਂ ਨਹੀਂ ਇੱਥੇ ਮਤਲਬ ਕਿ ਨਸ਼ਰ ਕਰਨਾ, ਪਰ ਉਹਨੇ ਸਭ ਤੋਂ ਵੱਧ ਰੌਲਾ ਪਾਇਆ ਸੀ ਵੀ ਨਵੀਆਂ ਕਾਰਾਂ ਨਹੀਂ ਖਰੀਦੀਆਂ ਜਾਣੀਆਂ ਚਾਹੀਦੀਆਂ, ਵੀ ਸਰਕਾਰ ਘਾਟੇ 'ਚ ਹੈ। ਪਰ ਸਭ ਤੋਂ ਪਹਿਲਾਂ ਕਾਰ ਉਹਨੇ ਲਈ ਜਾ ਕੇ ਵੀ ਮੈਨੂੰ ਦਿਓ। ਤਾਂ ਇਸ ਕਰਕੇ ਜਦੋਂ ਵੀ ਕੋਈ ਇਹ ਚੀਜ਼ ਹੋਣੀ ਹੁੰਦੀ ਹੈ, ਇਹ ਉਡੀਕਦੇ ਹੁੰਦੇ ਨੇ ਵੀ ਅੱਜ ਇਹ ਸਰਕਾਰ ਕਰ ਰਹੀ ਹੈ, ਅਸੀਂ ਤਾਂ ਜੀਆਂ ਉਡਾਵਾਂਗੇ, ਅਸੀਂ ਤਾਂ ਇਹਨਾਂ ਤੋਂ 10 ਗੁਣੇ ਗਾਹਾਂ, ਕਿਉਂਕਿ ਉਹਨਾਂ ਨੇ ਸਾਬਤ ਕਰਨਾ ਅੱਗੇ। ਹੁਣ ਜਦੋਂ ਜਿਵੇਂ ਸਿਆਸੀ ਸਲਾਹਕਾਰ ਰੱਖੇ ਜਾਂਦੇ ਆ, ਜਾਂ ਜਦੋਂ ਪਾਰਲੀਮੈਂਟਰੀ ਸੈਕਟਰੀ ਰੱਖੇ ਗਏ, ਜਾਂ ਜਦੋਂ ਹਲਕਾ ਇੰਚਾਰਜ ਲਾਏ ਜਾਂਦੇ ਆ, ਇਹ ਤਾਂ ਭਾਲਦੇ ਆ ਵੀ ਕਾਨੂੰਨ ਜਿੰਨਾ ਟੁੱਟੇ
ਉਨਾ ਵਧੀਆ ਹੈ। ਵੀ ਜੇ ਇਹ 2 ਵਾਰੀ ਤੋੜਨਗੇ ਅਸੀਂ 10 ਵਾਰੀ ਤੋੜਾਂਗੇ। ਹੁਣ ਜਦੋਂ ਇਹਨਾਂ ਨੇ ਕਾਂਗੜ ਸਾਹਿਬ ਦੇ ਜਵਾਈ ਨੂੰ ਸਪੈਸ਼ਲ ਵਿਧਾਨ ਸਭਾ 'ਚ ਮਤਾ ਪਾ ਕੇ 8 ਸਾਲ ਬਾਅਦ ਨੌਕਰੀ ਦਿੱਤੀ, ਉਹ ਕੱਲ੍ਹ ਨੂੰ 16 ਸਾਲ ਵਾਲੇ ਬਾਅਦ ਨੂੰ ਵੀ ਦੇਣਗੇ। ਵੀ ਜੇ 5 ਸਾਲ ਵਾਲੇ ਤੋਂ ਨਿਯਮ ਤੋੜ ਕੇ 8 ਸਾਲ ਵਾਲੇ ਦਾ ਫਾਈਲ ਕਲੀਅਰ ਕਰਤੇ ਕੀਤੀ ਜਾ ਸਕਦੀ ਹੈ ਤਾਂ 16 ਸਾਲ ਵਾਲੇ ਦੀ ਕਿਉਂ ਨਹੀਂ ਕੀਤੀ ਜਾ ਸਕਦੀ। ਸੋ ਸਾਨੂੰ ਇਹ ਲੱਗਦਾ ਹੈ, ਦੇਖੋ ਸਾਡਾ ਮੈਂ ਪਹਿਲਾਂ ਕਿਹਾ ਜੋ ਇੱਥੇ ਵਿਚਾਰ ਮੰਚ ਤੇ ਹੁੰਦੇ ਆ ਇਹ ਸਾਡੇ NGO ਦੇ ਵਿਚਾਰ ਹੈ, ਇਹ ਲੋਕਵਾਜ ਮੰਚ ਖੰਨਾ ਦੇ ਵਿਚਾਰ ਹੈ। ਇਹਦੇ ਨਾਲ ਕੋਈ ਦਰਸ਼ਕ ਨਹੀਂ ਵੀ ਸਹਿਮਤ ਹੁੰਦਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਹਰ ਇੱਕ ਨੂੰ ਆਪਣੀ ਸੋਚ ਰੱਖਣ ਦਾ ਅਧਿਕਾਰ ਹੈ। ਤਾਂ ਸਾਡੀ ਸੋਚ ਇਹ ਕਹਿੰਦੀ ਹੈ ਵੀ ਜੇ ਇਸ ਚੀਜ਼ ਦੇ ਉੱਤੇ ਵਿਰੋਧ, ਦੇਖੋ ਸਿਆਸਤਦਾਨਾਂ ਦਾ ਮੈਨੂੰ ਲੱਗਦਾ ਕਦੀ ਰੌਲਾ ਨਹੀਂ ਪਾਉਣਾ, ਕਿਉਂਕਿ ਉਹਨਾਂ ਨੇ ਤੇ ਕੁਝ ਕਰਨਾ ਹੈ। ਜੇ ਅਸੀਂ ਲੋਕਾਂ ਨੇ ਇਹਨਾਂ ਦੇ ਉੱਤੋਂ ਸਬਕ ਨਾ ਲਿਆ, ਇਹਨਾਂ ਦਾ ਕਿ ਜੋ ਸਾਡੇ ਹੱਥ ਵਿੱਚ ਹੈ ਜਿੰਨਾ ਅਸੀਂ ਕਰ ਸਕਿਆ, ਜੇ ਸਿਸਟਮ ਨੂੰ ਬੰਦ ਨਾ ਕੀਤਾ ਗਿਆ, ਸਾਨੂੰ ਇਹ ਸ਼ੱਕ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਕੀ ਕਰਨਗੇ ਇਹਨਾਂ ਨੇ, ਫਿਰ ਵਿਧਾਨ ਸਭਾ 'ਚ ਕੀ ਕਿਹਾ ਕਰਨਾ ਹੈ। ਕਿਉਂਕਿ ਦੇਖੋ ਵਿਧਾਨ ਸਭਾ ਇਹਨਾਂ ਨੇ ਇੱਕ ਬੜਾ ਵਧੀਆ ਇੱਕ ਸਿਸਟਮ ਬਣਾਇਆ ਹੋਇਆ ਵੀ ਜੇ ਕੋਈ ਚੀਜ਼ ਰੂਲ ਤੋੜ ਕੇ ਬਣਾਉਣੀ ਹੈ, ਜੇ ਕੋਈ ਚੀਜ਼ ਦਾ ਲੋਕ ਵਿਰੋਧ ਕਰਦੇ ਨੇ ਉਹਨੂੰ ਮਤੇ ਨੂੰ ਵਿਧਾਨ ਸਭਾ 'ਚ ਲਿਆਓ, ਉੱਥੇ ਇਹਨਾਂ ਦੇ ਹੀ ਬੰਦੇ ਹੁੰਦੇ ਨੇ, ਉੱਥੇ ਹੀ ਪਾਸ ਕਰਨਾ ਹੁੰਦਾ ਹੈ, ਉਹਨੂੰ ਸਵੇਰ ਨੂੰ ਲਾਗੂ ਕਰ ਦਿਓ। ਕੋਈ ਉਹਦੇ 'ਤੇ ਚੀਕ ਚਿਕਾੜਾ ਨਹੀਂ, ਕੋਈ ਬੋਲ ਨਹੀਂ ਸਕਦਾ, ਕੋਈ ਉਹਦਾ ਸੋਲੂਸ਼ਨ ਨਹੀਂ, ਕੋਈ ਉਹਦਾ ਹੱਲ ਨਹੀਂ। ਸਾਨੂੰ ਤਾਂ ਇਹ ਡਰ ਹੈ ਵੀ ਜੇ ਇੱਦਾਂ ਹੀ ਸਿਸਟਮ ਚੱਲਦਾ ਰਿਹਾ ਵਿਧਾਨ ਸਭਾ 'ਚ ਮਤੇ ਪਾਸ ਕਰਕੇ ਮਤਲਬ ਨਵੇਂ ਨਮੂਨੇ ਪੇਸ਼ ਕਰਨ ਦਾ, ਤਾਂ ਹੋ ਸਕਦਾ ਕੱਲ੍ਹ ਨੂੰ ਜਿੰਨੇ SSP ਲੱਗੇ ਹੈ, ਜਿੰਨੇ DC ਲੱਗੇ ਹੈ, ਉਹਨਾਂ ਨੂੰ ਵੀ ਆਪਣੇ ਮੁੰਡਿਆਂ ਕੁੜੀਆਂ ਨੂੰ ਲਾ ਕੇ ਕਹਿ ਦੇਣ ਵੀ ਇੱਥੇ IAS IPS ਦੀ ਕੋਈ ਲੋੜ ਨਹੀਂ ਹੈ, ਇਹ ਕੇਸ ਦੇ ਵਿੱਚ ਬਾਅਦ 'ਚ ਕਰ ਲੈਣਗੇ ਵੀ ਇੱਕ ਵਾਰੀ DC ਲਾ ਦਿਓ, IAS ਬਾਅਦ 'ਚੋਂ ਕਰਦਾ ਰਹੂਗਾ। ਤਾਂ ਇਹ ਸਿਸਟਮ ਸਾਨੂੰ ਲੱਗਦਾ ਵੀ ਉੱਥੇ ਪਹੁੰਚ ਜੂਗਾ ਜੇ ਇਸ ਦੇ ਉੱਤੇ ਰੋਕ ਨਾ ਲੱਗੀ। ਤਾਂ ਗੁਰਸੇਵਕ ਸਿੰਘ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਵਿਰੋਧ ਕਿਉਂ ਨਹੀਂ ਕਰਦੇ, ਵਿਰੋਧ ਇਸ ਕਰਕੇ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਵੀ ਉਹ ਕਹਿੰਦੇ ਨੇ 2 ਰੱਖਣਗੇ ਅਸੀਂ 20 ਰੱਖਾਂਗੇ। ਦੇਖੋ ਜਿਹੜੇ ਲੋਕ ਨੇ ਨਾ ਸਿਆਸਤਦਾਨ ਜਿਹੜੇ ਧੱਕੇਸ਼ਾਹੀਆਂ ਨੇ ਉਹਨਾਂ ਦਾ ਕੋਈ ਹੱਲ ਹੈ ਜਾਂ ਐਵੇਂ ਹੀ ਲੋਕ ਇਹਨਾਂ ਮਨਮਰਜ਼ੀਆਂ ਦਾ ਸ਼ਿਕਾਰ ਹੁੰਦੇ ਨੇ? ਹੱਲ ਜਿਵੇਂ ਅਸੀਂ ਕਿਹਾ ਵੀ ਸਿੱਧੇ ਤਰੀਕੇ ਜੇ ਆਪਾਂ ਕਹੀਏ ਵੀ ਇਹਨਾਂ ਨੂੰ ਅਸੀਂ ਪੋਲੀਟੀਸ਼ੀਅਨਾਂ ਨੂੰ ਰੋਕ ਲਾਂਗੇ, ਸਾਡੇ ਕੋਲ ਕੋਈ ਇਹੋ ਜਿਹਾ ਤੀਰ ਨਹੀਂ ਹੈ ਜਿਹਦੇ ਨਾਲ ਆਪਾਂ ਇਹਨਾਂ ਕੰਮਾਂ ਤੋਂ ਰੋਕ ਲਾਂਗੇ, ਕਿਉਂਕਿ ਇਹਨਾਂ ਦੀ ਮੈਜੋਰਟੀ ਹੁੰਦੀ ਹੈ। ਜੇ ਮੈਜੋਰਟੀ ਨਾ ਵੀ ਹੋਵੇ, ਵਿਰੋਧੀ ਧਿਰ ਵਾਲੇ ਨਾਲ ਹੁੰਦੇ ਨੇ ਵੀ ਜਿੰਨੇ ਪੁੱਠੇ ਸਿੱਧੇ ਕੰਮ ਹੋਣਦੇ ਨੇ, ਜਿੰਨੇ ਅਸੀਂ ਜੇ 2 ਬੰਦੇ ਰੱਖਣੇ ਅਸੀਂ 4 ਰੱਖਾਂਗੇ, ਜੇ ਕਾਰਾਂ 10 ਖਰੀਦੀਆਂ ਨੇ ਅਸੀਂ 50 ਖਰੀਦਾਂਗੇ, ਕਿਉਂਕਿ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਕੰਮ ਕਰਦੇ ਹੁੰਦੇ ਨੇ। ਲੋਕਾਂ ਦੇ ਹੱਥ ਵਿੱਚ ਉਹ ਚੀਜ਼ਾਂ ਨੇ ਇਨਡਾਇਰੈਕਟ ਲੋਕਾਂ ਦੇ ਹੱਥ ਵਿੱਚ ਚੀਜ਼ਾਂ ਨੇ। ਜਿਵੇਂ ਮੈਂ ਕਿਹਾ ਵੀ 2022 ਦੀ ਇਲੈਕਸ਼ਨ ਆਉਣ ਵਾਲੀ ਹੈ, ਲੋਕਾਂ ਦੇ ਹੱਥ ਵਿੱਚ ਕੀ ਹੈ ਵੀ ਕਿਸੇ ਤਰੀਕੇ ਜ਼ਿਆਦਾ ਦੇਖੋ ਕੋਈ ਪਰਮਾਤਮਾ ਮਿਹਰ ਕਰੇ, ਕੋਈ ਬਾਬੇ ਨਾਨਕ ਵਰਗਾ ਦੁਬਾਰੇ ਆ ਜਾਏ, ਇਹਨਾਂ ਪੋਲੀਟੀਸ਼ੀਅਨਾਂ ਤੋਂ ਸਾਡਾ ਖਹਿੜਾ ਛਡਾ ਦੇ, ਫਿਰ ਇੱਕ ਚਾਂਸ ਹੈ। ਪਰ ਹੁਣ ਉਹਦੀ ਅਸੀਂ ਉਮੀਦ ਕਰ ਸਕਦੇ ਹਾਂ, ਦੁਆ ਕਰ ਸਕਦੇ ਹਾਂ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਐਸਾ ਪੈਗੰਬਰ ਉਤਰੇ ਜਿਹੜਾ ਨਾ ਪੋਲੀਟੀਸ਼ੀਅਨਾਂ ਤੋਂ ਲੋਕਾਂ ਦੀ ਜਾਨ ਛਡਾ ਦੇ। ਪਰ ਇਹ ਮੈਨੂੰ ਲੱਗਦਾ ਹੈ ਹੋ ਸਕਦਾ ਕਿਰਪਾ ਹੋ ਜੇ। ਨਹੀਂ, ਲੋਕਾਂ ਦੇ ਹੱਥ ਵਿੱਚ ਕੀ ਹੈ? ਲੋਕਾਂ ਦੇ ਹੱਥ ਵਿੱਚ ਹੈ ਇਨਡਾਇਰੈਕਟ ਚੀਜ਼ਾਂ। ਡਾਇਰੈਕਟ ਇਹਨਾਂ ਨਾਲ ਕੋਈ ਪੰਗਾ ਨਹੀਂ ਲੈ ਸਕਦਾ, ਡਾਇਰੈਕਟ ਇਹਨਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ। ਜੋ ਕੁਛ ਇਹ ਕਰਦੇ ਨੇ, ਲੋਕਾਂ ਕੋਲ ਕੋਈ ਪਾਵਰ ਨਹੀਂ, ਕੋਈ ਸਿਸਟਮ ਨਹੀਂ ਵੀ ਉਹਨਾਂ ਨੂੰ ਇਹ ਰੱਦ ਕਰ ਦੇਣ। ਹੁਣ ਕੱਲ੍ਹ ਵਾਲੀ ਨੌਕਰੀ ਦੇ ਵਿੱਚ ਲਾ ਲਓ, ਜਿਹੜਾ ਇਹਨਾਂ ਨੇ ਸੈਸ਼ਨ 'ਚ ਪਾਸ ਕਰਕੇ ਜਿਹਨੂੰ ਨੌਕਰੀ ਦੇਤੀ, ਉਹਦੇ ਉੱਤੇ ਤੁਸੀਂ ਕਿਤੇ ਜਾਈਓ, ਜੇ ਤੁਸੀਂ ਕੋਰਟ 'ਚ ਵੀ ਜਾਂਦੇ ਹੋ, ਕੋਰਟ ਵੀ ਕਹਿੰਦੀ ਹੈ ਸਰਕਾਰ ਦਾ ਮਤਾ ਪਾਸ ਕੀਤਾ ਆ, ਹੈ ਨਾ, ਪਾਲਿਸੀ ਮੈਟਰ ਬਣਾ ਦਿੰਦੇ ਨੇ ਉਹਨੂੰ ਚੱਕ ਕੇ ਵੀ ਇਹਦੇ 'ਤੇ ਕੋਈ ਕਿੰਤੂ ਸੁਣਵਾਈ ਨਹੀਂ ਹੁੰਦੀ, ਜਾਣੀ ਉਹਦੀ ਕਿਤੇ ਸੁਣਵਾਈ ਨਹੀਂ। ਹੁਣ ਲੋਕਾਂ ਦੇ ਹੱਥ 'ਚ ਕੀ ਆ? ਮੈਂ ਜਿਹੜਾ ਬੜਾ ਇੰਪੋਰਟੈਂਟ ਇਸ਼ੂ 'ਤੇ ਅੱਜ ਆਪਾਂ ਨੇ ਗੱਲ ਛੇੜੀ ਹੈ ਵੀ ਇਸ ਮੁੱਦੇ 'ਤੇ ਨਹੀਂ, ਹਰ ਮੁੱਦੇ 'ਤੇ ਲੋਕਾਂ ਦੇ ਹੱਥ 'ਚ ਇਹ ਹੈ। ਉਹ ਕੀ ਹੈਗਾ ਕਿ ਦੇਖੋ ਹੁਣ ਦਬੀ ਕੁਚਲੀ ਆਵਾਜ਼ ਜਿਹੜੀ ਹੈ ਨਾ ਉਹ ਉੱਠਣ ਲੱਗੀ ਹੈ। ਮੈਂ TV ਦੇ ਉੱਤੇ ਵੀ 1-2 ਵਾਰੀ ਸੁਣਿਆ ਅਤੇ ਲੋਕਾਂ ਦੀ ਜ਼ੁਬਾਨ ਤੋਂ ਵੀ ਸੁਣਦੇ ਹਾਂ ਅਸੀਂ, ਕਿਉਂਕਿ NGO ਕਰਕੇ ਲੋਕਾਂ 'ਚ ਵਿਚਰਦੇ ਰਹਿੰਦੇ ਹਾਂ ਵੀ ਇਹਦੇ 2 ਤਰੀਕੇ ਆ ਵੀ ਜੇ ਤਾਂ ਇੱਕ ਤਾਂ ਤਰੀਕਾ ਹੈਗਾ ਵੀ ਲੋਕਾਂ ਦਾ ਪੋਲੀਟੀਸ਼ੀਅਨਾਂ ਤੋਂ ਖਹਿੜਾ ਛੁੱਟੇ ਅਤੇ ਸਿਸਟਮ ਆਵੇ, ਕਾਨੂੰਨ ਦਾ ਰਾਜ ਆਵੇ, ਕਾਨੂੰਨ ਦੇ ਵਿੱਚ ਕੋਈ ਦਫ਼ਤਰ ਹੋਵੇ। ਜੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਲੋਕਾਂ ਦੇ ਵਿੱਚ ਕੀ ਹੈ, ਜੇ ਇਹੀ ਇਸ ਟਾਈਮ ਪ੍ਰੈਜ਼ੀਡੈਂਟ ਰੂਲ ਹੋਵੇ, ਰਾਸ਼ਟਰਪਤੀ ਰਾਜ ਹੁੰਦਾ, ਕੀ ਇਹ ਕੱਲ੍ਹ ਵਿਧਾਨ ਸਭਾ 'ਚ ਮਤਾ ਪਾਸ ਕਰ ਲੈਂਦੇ? ਬਿਲਕੁਲ ਨਹੀਂ ਸੀ ਹੋਣਾ, ਨਹੀਂ ਹੋਣਾ ਸੀ ਨਾ। ਤਾਂ ਲੋਕਾਂ ਦੇ ਹੱਥ ਇਹ ਚੀਜ਼ਾਂ ਨੇ ਵੀ ਪੜ੍ਹੇ ਲਿਖਿਆਂ ਵਾਸਤੇ, ਜਿਹੜੇ ਲੋਕ ਸ਼ਾਂਤੀ ਪਸੰਦ ਲੋਕ ਨੇ, ਜਿਹੜੇ ਅਮਨ ਪਸੰਦ ਲੋਕ ਨੇ, ਜਿਹੜੇ ਆਪਣੇ ਕੰਮ ਕਰਕੇ ਰੋਜੀ ਰੋਟੀ ਖਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਮੈਂ ਸੋਚਦਾ ਪ੍ਰੈਜ਼ੀਡੈਂਟ ਰੂਲ ਵਧੀਆ ਹੈ। ਮੇਰਾ ਨਿੱਜੀ ਸੋਚਣਾ ਹੈ, ਸਾਡੀ NGO ਦਾ ਸੋਚਣਾ ਹੈ ਵੀ ਇਹਨਾਂ ਤੋਂ ਕਿਸੇ ਤਰੀਕੇ, ਦੇਖੋ ਹੋਰ ਕੋਈ ਤਰੀਕਾ ਹੈ ਨਹੀਂ, ਮੈਂ ਪਹਿਲਾਂ ਦੱਸਤਾ ਵੀ ਕੋਈ ਪੈਗੰਬਰ ਆਵੇ ਜਿਹੜਾ ਉਹ ਕੋਈ ਇਹਨਾਂ ਦੀ ਬੁੱਧੀ ਨੂੰ ਘੁਮਾਵੇ, ਪਰ ਉਹਨੂੰ ਦੇਖੋ ਆਵੇ ਨਾ ਆਵੇ ਕਹਿ ਨਹੀਂ ਸਕਦੇ। ਪਰ ਸਾਡੇ ਹੱਥ 'ਚ ਇਹ ਹੈ ਵੀ ਇੱਕ ਤਾਂ ਇੱਥੇ ਸਰਕਾਰ ਜਿਹੜੀ ਹੈਗੀ ਹੈ, ਇੱਥੇ ਰਾਸ਼ਟਰਪਤੀ ਸ਼ਾਸਨ ਹੋਵੇ ਜਿਹਦੇ ਵਿੱਚ ਕਿਸੇ ਕਾਨੂੰਨ ਦਾ ਬੋਲਬਾਲਾ ਹੋਵੇ। ਇੱਥੇ ਹੁਣ ਕਾਨੂੰਨ ਦਾ ਬੋਲਬਾਲਾ ਨਹੀਂ ਹੈ, ਇੱਥੇ ਪੋਲੀਟਿਕਸ ਦਾ ਬੋਲਬਾਲਾ ਹੈ। ਜੋ ਪੁੱਠਾ ਸਿੱਧਾ ਕਰਨਾ ਪੋਲੀਟਿਕਸ 'ਚ ਕਰ ਲਓ। ਤਾਂ ਲੋਕਾਂ ਦੇ ਹੱਥ ਇਹ ਹੈ ਵੀ ਜੇ ਇਹ ਹੌਲੀ ਹੌਲੀ ਸਿਸਟਮ ਬਦਲ ਰਿਹਾ, ਲੋਕ ਉਜਾਗਰ ਵੀ ਹੁਣ ਤੁਸੀਂ ਕਿਸਾਨ ਮੁਜ਼ਾਹਰਿਆਂ 'ਚ ਦੇਖੋ ਲੋਕ ਕਿਵੇਂ ਚਾਹੁੰਦੇ ਆ ਵੀ ਇਹਨਾਂ ਤੋਂ ਸਾਡਾ ਖਹਿੜਾ ਛੋਟੇ ਪੋਲੀਟੀਸ਼ੀਅਨਾਂ ਤੋਂ। ਉਹਨਾਂ ਨੇ ਕਿਸੇ ਪੋਲੀਟੀਸ਼ੀਅਨ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ, ਕਿਸੇ ਪੋਲੀਟੀਸ਼ੀਅਨ ਦੀ ਉਹ ਗੱਲ ਨਹੀਂ ਸੁਣ ਰਹੇ ਕਿਸਾਨ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਦਾ ਕੰਮ ਹੀ ਗੁੰਮਰਾਹ ਕਰਨਾ ਹੈ।
ਠੀਕ ਤਾਂ ਹੈ ਇਸ ਕਰਕੇ ਪਹਿਲਾ ਲੋਕਾਂ ਕੋਲ ਹੱਲ ਇਹ ਹੈ ਵੀ ਜੇ ਕਿਤੇ ਕਰਨੀ ਹੋਵੇ ਪ੍ਰਮਾਤਮਾ ਦੀ, ਸਾਡੇ ਪੰਜਾਬ ਨੂੰ 5-7 ਸਾਲ ਲਈ ਪ੍ਰੈਜ਼ੀਡੈਂਟ ਰੂਲ ਦੇ ਅੰਡਰ ਕਰ ਦਿੱਤਾ ਜਾਵੇ ਤਾਂ ਇੱਥੇ ਸਿਸਟਮ ਬਣ ਜਾਏਗਾ। ਜਿਹੜੀਆਂ ਇਹ ਮਨਮਰਜ਼ੀਆਂ ਆਪ ਹੁਦਰੀਆਂ ਚੱਲਦੀਆਂ ਨੇ, ਧੱਕੇਸ਼ਾਹੀਆਂ ਚੱਲਦੀਆਂ ਨੇ ਪੋਲੀਟੀਸ਼ੀਅਨਾਂ ਦੀਆਂ, ਇਹ ਬੰਦ ਹੋ ਜਾਣੀਆਂ ਇੱਕਦਮ। ਜਿਵੇਂ ਕਿ ਕੱਲ੍ਹ ਦੀ ਐਗਜ਼ਾਮਪਲ ਹੈ, ਜੇ ਇੱਥੇ ਪ੍ਰੈਜ਼ੀਡੈਂਟ ਰੂਲ ਹੁੰਦਾ ਤਾਂ ਇਹ ਜਿਹੜਾ ਆਪਣੇ ਕਾਂਗੜ ਸਾਹਿਬ ਨੇ, ਇਹਨਾਂ ਦਾ ਜਵਾਈ ਫਿਰ ਉਹ ਨਾ ਲੱਗਦਾ ਇੰਸਪੈਕਟਰ, ਅੱਜ ਇੰਸਪੈਕਟਰ ਨੂੰ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਇੰਸਪੈਕਟਰ ਨਾ ਲੱਗਦਾ। ਮੈਂ ਇਹ ਜਿਉਂਦੀ ਜਾਗਦੀ ਮਿਸਾਲ ਦੇ ਦਿੰਦਾ ਤੁਹਾਨੂੰ ਵੀ ਜੇ ਪ੍ਰੈਜ਼ੀਡੈਂਟ ਰੂਲ ਦਾ ਤਾਂ ਨਾ ਇਹ ਸੈਸ਼ਨ ਪਾਸ ਹੁੰਦਾ ਤੇ ਨਾ ਇਹਦੇ ਵਿੱਚ ਇਹ ਫਾਈਲ ਪਾਸ ਹੁੰਦੀ ਤੇ ਨਾ ਇਹ ਬੰਦਾ ਅੱਜ ਮੁਲਾਜ਼ਮ ਲੱਗਦਾ। ਤੇ ਦੂਜਾ ਲੋਕਾਂ ਦੇ ਹੱਥ 'ਚ ਇੱਕ ਹੋਰ ਚੀਜ਼ ਹੈ ਜਿਹੜੀ ਕਿ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਸਾਨੂੰ ਆਪਸ਼ਨ ਦਿੱਤੀ ਹੈ ਵੀ ਜੇ ਤੁਸੀਂ ਇਸ ਸਿਸਟਮ ਤੋਂ ਤੰਗ ਹੋ, ਜੇ ਤੁਸੀਂ ਇਸ ਸਿਸਟਮ ਤੋਂ ਤੰਗ ਹੋ, ਇੱਕ ਸਾਡੇ ਕੋਲ ਇਹ ਹੈ ਵੀ ਇੱਥੇ ਕਿਸੇ ਤਰੀਕੇ ਲੋਕ ਇਹ ਗੱਲ ਨੂੰ ਮੰਨਣ ਵੀ ਹਾਂ ਇਹ ਪੜ੍ਹਿਆ ਲਿਖਿਆ ਲੋਕ ਮੰਨਦੇ ਨੇ, ਦਬੀ ਆਵਾਜ਼ 'ਚ ਮੰਨਦੇ ਨੇ। ਇਹ ਖੁੱਲ੍ਹ ਕੇ ਆਵਾਜ਼ ਆਉਣੀ ਚਾਹੀਦੀ ਹੈ ਵੀ ਸਾਨੂੰ ਕਾਨੂੰਨ ਦਾ ਸਿਸਟਮ ਚਾਹੀਦਾ ਹੈ, ਸਾਨੂੰ ਸਿਸਟਮ ਰਾਜ ਜਿਹੜਾ ਕਾਨੂੰਨ ਦਾ ਚਾਹੀਦਾ ਹੈ, ਪੋਲੀਟੀਸ਼ੀਅਨਾਂ ਦਾ ਰਾਜ ਨਹੀਂ ਸਾਨੂੰ ਚਾਹੀਦਾ। ਤੇ ਦੂਜਾ ਹੈਗਾ ਇਹ ਨੋਟਾ, ਜਿਹੜਾ ਸੁਪਰੀਮ ਕੋਰਟ ਨੇ ਸਾਨੂੰ ਇੱਕ ਆਪਸ਼ਨ ਦਿੱਤੀ ਹੈ ਵੀ ਜੇ ਤੁਹਾਨੂੰ ਸਰਕਾਰ ਦਾ ਸਿਸਟਮ ਪਸੰਦ ਨਹੀਂ, ਸਰਕਾਰ ਧੱਕੇਸ਼ਾਹੀ ਕਰਦੀ ਹੈ, ਤੁਹਾਨੂੰ ਕੋਈ ਪਾਰਟੀ ਰਾਜਨੀਤਿਕ ਪਾਰਟੀ ਪਸੰਦ ਨਹੀਂ, ਤੁਸੀਂ ਨੋਟਾ ਬਟਨ 'ਤੇ ਵੋਟਾਂ ਪਾਓ। ਤਾਂ ਸਾਡੀ ਉਹ ਕੀ ਫਾਇਦਾ ਹੋਊਗਾ ਉਹਦਾ ਜੇ ਅੱਜ ਆਪਾਂ ਇਸ ਚੀਜ਼ ਦੇ ਵਿੱਚ ਸੋਲਿਊਸ਼ਨ ਵੱਲ ਤੁਰੇ ਹੋਏ ਹਾਂ। ਜੇ ਅੱਜ ਜਿਹੜੀ ਵੋਟਿੰਗ ਹੈ ਉਹ 70 80% ਹੋ ਰਹੀ ਹੈ, ਕਾਂਗਰਸ ਨੂੰ ਤੁਸੀਂ ਦੇਖਿਓ ਹੁਣ 22 'ਚ ਵੋਟਾਂ ਪੈਂਦੀਆਂ, ਜਦੋਂ 80% ਵੋਟਿੰਗ ਹੋ ਰਹੀ ਹੈ, ਜਿਹੜੀਆਂ ਉੱਚ ਅਦਾਲਤਾਂ ਨੇ ਉਹ ਕਿਵੇਂ ਸੋਚ ਲੈਣ ਵੀ ਲੋਕ ਤੰਗ ਨੇ ਇਹਨਾਂ ਤੋਂ। ਜਦੋਂ ਇੱਕ ਕੈਂਡੀਡੇਟ ਨੂੰ ਵੋਟ ਤੁਸੀਂ 80% ਪਾ ਰਹੇ ਹੋ, ਸੁਪਰੀਮ ਕੋਰਟ ਸੋਚਦੀ ਹੈ ਵੀ ਇਹ ਬੜੇ ਵਧੀਆ ਪੋਲੀਟੀਸ਼ੀਅਨ ਨੇ, ਇਹਨਾਂ ਦਾ ਰਾਜ ਬੜਾ ਵਧੀਆ ਹੈ, ਇੰਨੀ ਵੋਟਿੰਗ ਹੋ ਰਹੀ ਹੈ। ਜੇ ਉਹ ਵੋਟਿੰਗ ਘਟ ਕੇ ਨੋਟਾਂ ਨੂੰ ਚਲੀ ਜਾਵੇ ਤੇ ਇਹਨਾਂ ਦੀ ਵੋਟਿੰਗ ਰਹਿ ਜਾਏ 5-7 ਜਾਂ 10%, ਤਾਂ ਜਿਹੜੀ ਉੱਚ ਅਦਾਲਤ ਹੈ ਉਹ ਸੋਚੂਗੀ, ਗੁਰਸੇਵ ਸਿੰਘ ਜੀ, ਉਹ ਸੋਚੂਗੀ ਵੀ ਜੇ ਲੋਕਾਂ ਦੀ ਰਿਜੈਂਟਮੈਂਟ ਇੰਨੀ ਹੈ ਵੀ ਜੇ ਲੋਕਾਂ ਦੀ ਜਿਹੜੀ ਵੋਟਿੰਗ ਹੈ ਉਹ ਘਟ ਕੇ 10-15% ਤੇ ਆ ਗਈ ਹੈ, ਤਾਂ ਉਹ ਜਿਹੜਾ ਜਿਹੜੇ ਹੋ ਸਕਦਾ ਮਾਨਯੋਗ ਸੁਪਰੀਮ ਕੋਰਟ ਜਿਵੇਂ ਨੋਟਾਂ ਦਾ ਬਟਨ ਦਿੱਤਾ ਹੈ, ਕੋਈ ਹੋਰ ਵਧੀਆ ਆਪਸ਼ਨ ਦੇ ਦੇ ਵੀ ਜਿਹੜੇ ਕੈਂਡੀਡੇਟ ਨੂੰ ਹਾਲੇ ਮੈਨੂੰ ਨਹੀਂ ਸਮਝ ਆਈ ਵੀ ਕਿਉਂ ਖੈਰ ਉੱਚ ਅਦਾਲਤਾਂ ਦੀ ਆਪਣੇ ਸਿਸਟਮ ਨੇ, ਜੇ ਕਿਤੇ ਇਹ ਕਰ ਦਿੱਤਾ ਜਾਂਦਾ ਵੀ ਜਿਸ ਕੈਂਡੀਡੇਟ ਨੂੰ, ਜਿਸ ਪੋਲੀਟੀਸ਼ੀਅਨ ਨੂੰ ਨੋਟਾ ਬਟਨ ਤੋਂ ਘੱਟ ਵੋਟ ਪੈਂਦੀ ਹੈ ਉਹ ਲਾਈਫ ਟਾਈਮ ਕੈਂਡੀਡੇਟ ਨਹੀਂ ਬਣ ਸਕਦਾ। ਤਾਂ ਮੇਰਾ ਮੰਨਣਾ ਇਹ ਹੈ, ਸਾਡੀ NGO ਦਾ ਮੰਨਣਾ ਇਹ ਹੈ ਵੀ ਨੋਟਾਂ ਨੂੰ ਲੱਖਾਂ 'ਚ ਵੋਟਾਂ ਨਹੀਂ ਪੈਣੀਆਂ ਸੀ, ਨੋਟਾਂ ਨੂੰ ਕਰੋੜਾਂ 'ਚ ਵੋਟਾਂ ਪੈਣੀਆਂ ਸੀ। ਬਿਲਕੁਲ ਉੱਥੇ ਇਹ ਥੋੜ੍ਹੀ ਜਿਹੀ ਕਸਰ ਅਸੀਂ ਮੰਨਦਿਆਂ ਰਹਿ ਗਈ ਹੈ ਵੀ ਕਿਉਂਕਿ ਨੋਟਾਂ ਦੀਆਂ ਵੋਟਾਂ ਨੂੰ ਅਸੀਂ ਕਈਆਂ ਨਾਲ ਗੱਲ ਕੀਤੀ ਹੈ ਵੀ ਵੋਟ ਨੋਟਾਂ ਨੂੰ ਪਾਓ, ਉਹ ਕੀ ਕਹਿੰਦੇ ਆ ਯਾਰ ਵੋਟ ਥੋੜ੍ਹੀ ਖਰਾਬ ਕਰਨੀ ਹੈ ਕਿਉਂਕਿ ਉਹਦੀ ਕਾਊਂਟਿੰਗ ਨਹੀਂ ਹੈ। ਜੇ ਉਹਦੀ ਕਾਊਂਟਿੰਗ ਇਸ ਤਰ੍ਹਾਂ ਹੋ ਜਾਏ ਵੀ ਜਿਹੜੇ ਕੈਂਡੀਡੇਟ ਦੀ, ਪੋਲੀਟੀਸ਼ੀਅਨ ਦੀ ਵੋਟ ਨੋਟਾਂ ਤੋਂ ਘੱਟ ਹੈ ਉਹ ਲਾਈਫ ਟਾਈਮ ਕੈਂਡੀਡੇਟ ਨਹੀਂ ਬਣ ਸਕਦਾ। ਤਾਂ ਨੋਟਾਂ ਦੀ ਵੋਟ ਹੈ ਜਿਹੜੀ ਸਾਡਾ ਮੰਨਣਾ ਵੀ ਕਰੋੜਾਂ 'ਚ ਵਧੂਗੀ। ਤਾਂ ਜਿਹੜੀ ਲੋਕਾਂ ਕੋਲੇ ਸੋਲਿਊਸ਼ਨ ਨੇ ਉਹ ਦੋ ਹੀ ਨੇ, ਇੱਕ ਪਰਮਾਤਮਾ ਮਿਹਰ ਕਰੇ ਤੇ ਇੱਕ ਲੋਕ ਇਸ ਆਵਾਜ਼ ਨੂੰ ਚੁੱਕਣ ਵੀ ਸਾਨੂੰ ਪ੍ਰੈਜ਼ੀਡੈਂਟ ਰੂਲ ਚਾਹੀਦਾ ਹੈ, ਇਹ ਪੋਲੀਟੀਸ਼ੀਅਨਾਂ ਦਾ ਰਾਜ ਸਾਨੂੰ ਨਹੀਂ ਚਾਹੀਦਾ। ਉਹ ਜਾਂ ਫਿਰ ਸਾਡੇ ਕੋਲ ਜਿਹੜਾ ਸਿੱਧਾ ਹਥਿਆਰ ਹੈ ਜੋ ਸਾਡੇ ਹੱਥ 'ਚ ਹੈ, ਜਿਹਨੂੰ ਅਸੀਂ ਦੱਬ ਕੇ ਇੱਕ ਬਟਨ ਦੱਬ ਕੇ ਕਰ ਸਕਦੇ ਹਾਂ, ਉਹ ਹੈਗਾ ਵੀ ਅਸੀਂ ਸਰਕਾਰ ਦੇ ਪ੍ਰਤੀ ਰਿਜੈਂਟਮੈਂਟ ਸ਼ੋਅ ਕਰੀਏ ਵੀ ਇਹ ਕਾਨੂੰਨ ਤੋੜਦੇ ਨੇ, ਇਹ ਸਿਸਟਮ ਤੋੜਦੇ ਨੇ, ਇਹ ਆਪਣੇ ਜਿਹੜੇ ਰਿਸ਼ਤੇਦਾਰ ਨੇ, ਆਪਣੇ ਬੱਚੇ ਨੇ, ਉਹਨਾਂ ਦੇ ਮਫਾਦਾਂ ਲਈ, ਉਹਨਾਂ ਦੇ ਬੈਨੀਫਿਟਾਂ ਲਈ ਜਿਹੜਾ ਮਰਜ਼ੀ ਵਿਧਾਨ ਸਭਾ 'ਚ ਕਾਨੂੰਨ ਪਾਸ ਕਰ ਦਿੰਦੇ ਨੇ, ਜਿਹੜਾ ਮਰਜ਼ੀ ਇਹਦੇ ਵਿੱਚ ਤੋੜ ਮਰੋੜ ਕਰ ਦਿੰਦੇ ਨੇ। ਸੋ ਜਿਵੇਂ ਅੱਜ ਦੀ ਮਿਸਾਲ ਹੈ, ਮੈਂ ਤਾਂ ਇਹੀ ਕਹਿੰਦਾ ਵੀ ਜੇ ਅੱਜ ਪ੍ਰੈਜ਼ੀਡੈਂਟ ਰੂਲ ਹੁੰਦਾ ਤਾਂ ਇਹ ਨਾ ਮਤਾ ਪਾਸ ਹੁੰਦਾ, ਨਾ ਇਹਨੂੰ ਇਹਨਾਂ ਦੇ ਕਾਂਗੜ ਸਾਹਿਬ ਦੇ ਜਵਾਈ ਨੂੰ ਨੌਕਰੀ ਮਿਲਦੀ ਤੇ ਸਿਸਟਮ ਆਪੇ ਸਿੱਧਾ ਰਹਿਣਾ ਸੀ। ਆਪੇ ਲੋਕ ਹੁਣ ਇਹ ਜੇ ਆਮ ਪਬਲਿਕ ਦਾ ਇਹ ਬੱਚਾ ਹੁੰਦਾ ਤਾਂ ਇਹ ਆਪੇ ਡਿਪਾਰਟਮੈਂਟ ਦੇ ਥਰੂ ਜਾਂਦਾ। ਸੋ ਜਿਹੜੀ ਸਾਡੀ ਇਹ ਅੱਜ ਦੀ ਵਿਚਾਰ ਚਰਚਾ ਹੈਗੀ ਉਹਦੇ ਵਿੱਚ ਮੇਰਾ ਇਹੀ ਮੰਨਣਾ ਹੈ ਵੀ ਜਿਹੜਾ ਪੋਲੀਟੀਸ਼ੀਅਨਾਂ ਦਾ ਸਿਸਟਮ ਹੈ ਇਹਦੇ ਵਿੱਚੋਂ ਆਮ ਪਬਲਿਕ ਦੇ ਹੱਥ ਵਿੱਚ ਇੰਨਾ ਸੌਖਾ ਨਹੀਂ ਹੈ ਨਿਕਲ ਜਾਣਾ ਇਹਨਾਂ ਦੀ ਕੜਕੀ 'ਚੋਂ। ਤੋ ਜਿਨ੍ਹਾਂ ਦੀ ਕੜਕੀ 'ਚੋਂ ਅਸੀਂ ਨਿਕਲਣਾ ਚਾਹੁੰਦੇ ਹਾਂ ਤਾਂ ਉੱਥੇ ਦੋ ਹੀ ਚੀਜ਼ਾਂ ਕਰਨੀਆਂ ਪੈਣਗੀਆਂ ਵੀ ਜਾਂ ਤਾਂ ਇਹ ਲੋਕਾਂ ਦੀ ਆਵਾਜ਼ ਉੱਠੇ ਵੀ ਸਾਨੂੰ ਜਿਹੜਾ ਹੈਗਾ ਰਾਸ਼ਟਰਪਤੀ ਸ਼ਾਸਨ ਚਾਹੀਦਾ ਹੈ ਜਿਹਦੇ ਵਿੱਚ ਕੋਈ ਕਾਨੂੰਨ ਹੋਵੇ, ਕੋਈ ਨਿਯਮ ਹੋਵੇ। ਇੱਥੇ ਤਾਂ ਸਾਰੇ ਨਿਯਮ ਹੀ ਤੋੜ ਭੰਨ ਦਿੱਤੇ, ਪੋਲੀਟੀਸ਼ੀਅਨਾਂ ਲਈ ਨਿਯਮ ਹੋਰ ਹੈ, ਪਬਲਿਕ ਲਈ ਹੋਰ ਹੈ। ਤੇ ਸੈਕੰਡ ਆਪਸ਼ਨ ਜੋ ਸਾਡੇ ਹੱਥ ਦੇ ਵਿੱਚ ਹੈ, ਜਿਹਨੂੰ ਅਸੀਂ ਕਰ ਸਕਦੇ ਹਾਂ, ਜਿਹਨੂੰ ਅਸੀਂ ਉੱਚ ਅਦਾਲਤਾਂ ਨੂੰ ਸੋਚਣ ਲਈ ਇਹ ਸੁਨੇਹਾ ਦੇ ਸਕਦੇ ਹਾਂ ਵੀ ਜਿਹੜਾ ਲੋਕ ਨੇ ਇਹਨਾਂ ਪੋਲੀਟੀਸ਼ੀਅਨਾਂ ਤੋਂ ਖੁਸ਼ ਨਹੀਂ ਹਨ, ਇਹਨਾਂ ਦੇ ਸਿਸਟਮ ਤੋਂ ਖੁਸ਼ ਨਹੀਂ ਹਨ, ਲੋਕਾਂ ਲਈ ਕਾਨੂੰਨ ਹੋਰ ਹੈ, ਪੋਲੀਟੀਸ਼ੀਅਨਾਂ ਲਈ ਹੋਰ ਹੈ, ਤਾਂ ਉਹ ਸਾਡੇ ਕੋਲ ਹੈਗਾ ਇੱਕ ਨੋਟਾ ਬਟਨ। ਜੇ ਅਸੀਂ ਨੋਟਾ ਬਟਨ ਨੂੰ ਦਬਾ ਕੇ ਮੈਜੋਰਟੀ ਇਹ ਸ਼ੋਅ ਕਰ ਦਈਏ ਵੀ ਅਸੀਂ ਇਹਨਾਂ ਤੋਂ ਖੁਸ਼ ਨਹੀਂ ਹੈ, ਸਾਨੂੰ ਪੂਰਾ ਯਕੀਨ ਹੈ ਵੀ ਜਿਹੜੀਆਂ ਉੱਚ ਅਦਾਲਤਾਂ ਨੇ ਬਹੁਤ ਜਲਦ ਐਸਾ ਕੋਈ ਫੈਸਲਾ ਦੇਣਗੀਆਂ ਜਿਹਦੇ ਵਿੱਚ ਪੋਲੀਟੀਸ਼ੀਅਨਾਂ ਦੀ ਜਿਹੜੀ ਹੈਗੀ ਹੈ ਸਿਰਦਰਦੀ ਇੰਨੀ ਵੱਧ ਜਾਏਗੀ, ਉਹਨਾਂ ਦੀ ਜਵਾਬਦੇਹੀ ਵੱਧ ਜਾਏਗੀ, ਤਾਂ ਇਸ ਸਿਸਟਮ ਦੇ ਉੱਤੇ ਵਿਰਾਮ ਲੱਗੇਗਾ। ਸੋ ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ ਹੈ। ਤਾਂ ਆਪ ਸਭ ਨੂੰ ਅਸੀਂ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਤੇ ਇਸ ਮੁੱਦੇ ਦੇ ਉੱਤੇ ਜ਼ਰੂਰ ਵਿਚਾਰੋ, ਆਪਣੇ ਵਿਚਾਰ। ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ।